ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਇਸ ਸਵੇਰ ਵਾਲੀ ਆਨਲਾਈਨ ਗੁਰਮਤਿ ਕਲਾਸ ਵਿੱਚ ਜੁੜ ਚੁੱਕੇ ਹੋ, ਜਿਸ ਵਿੱਚ ਆਪਾਂ ਭਾਈ ਗੁਰਦਾਸ ਜੀ ਦੀ ਜੋ ਪਹਿਲੀ ਵਾਰ ਹੈ ਉਹਦੇ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। ਜਿਸ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਬੜੇ ਵੱਡੇ ਪੱਧਰ ਤੇ ਬੜੇ ਸੁਚੱਜੇ, ਬਹੁਤ ਹੀ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਕੀਤੀ ਹੈ। ਸੋ ਆਪ ਜਿੰਨੀ ਵੀ ਸੰਗਤ ਜੁੜ ਚੁੱਕੇ ਹੋ, ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਰ ਬੇਨਤੀ ਹੈ, ਜਿੱਥੇ ਆਪ ਜੀ ਜੁੜਦੇ ਹੋ ਉੱਥੇ ਹੋਰਾਂ ਨੂੰ ਵੀ ਪ੍ਰੇਰਨਾ ਕਰਿਆ ਕਰੋ, ਕਿਉਂਕਿ ਜਦੋਂ ਆਪਾਂ ਕਲਾਸਾਂ ਸਟਾਰਟ ਕੀਤੀਆਂ ਸਨ ਉਦੋਂ ਕਾਫੀ ਸੰਗਤ ਜਿਹੜੀ ਸੀ ਉਹ ਉਤਸ਼ਾਹ ਦਿਖਾਉਂਦੀ ਸੀ, ਪਰ ਹੁਣ ਪਤਾ ਨਹੀਂ ਵਿਸ਼ਾ ਥੋੜ੍ਹਾ ਜ਼ਿਆਦਾ ਟਫ ਹੋ ਗਿਆ, ਜਾਂ ਸੰਗਤ ਦਾ ਕਰੇਜ ਘਟ ਗਿਆ, ਜਾਂ ਬਿਜ਼ੀ ਹੋ ਗਏ ਕੰਮਾਂ ਕਾਰਾਂ 'ਚ, ਕੁਝ ਇਸ ਤਰ੍ਹਾਂ ਲੱਗ ਰਿਹਾ, ਤਾਂ ਕਰਕੇ ਸੰਗਤ ਘਟ ਗਈ ਹੈ। ਸੋ ਬੇਨਤੀ ਹੈ ਕਿ ਹੋਰਾਂ ਨੂੰ ਵੀ ਜ਼ਰੂਰ ਪ੍ਰੇਰਿਆ ਕਰੋ ਇਹਨਾਂ ਕਲਾਸਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ। ਸੋ ਸਾਧ ਸੰਗਤ, ਆਪਾਂ ਇਸ ਪਹਿਲੀ ਵਾਰ ਦੀਆਂ 9 ਜਿਹੜੀਆਂ ਪੌੜੀਆਂ ਹਨ, ਵਾਹਿਗੁਰੂ 8 ਪੌੜੀਆਂ, ਹਾਂਜੀ 9 ਪੌੜੀਆਂ ਜਿਹੜੀਆਂ ਉਹ ਵਿਚਾਰ ਚੁੱਕੇ ਹਾਂ। ਅੱਜ 10ਵੀਂ ਪੌੜੀ ਜਿਹੜੀ ਹੈ ਉਹ ਆਪਾਂ ਵਿਚਾਰਨੀ ਹੈ। ਤੇ ਸਾਧ ਸੰਗਤ, ਜੋ 6 ਸ਼ਾਸਤਰਾਂ ਦੀ ਗੱਲ ਆਉਂਦੀ ਹੈ, ਜੋ ਆਪਾਂ ਪੜ੍ਹਦੇ ਹਾਂ ਨਾ ਸੋਹਿਲੇ ਸਾਹਿਬ ਦੀ ਬਾਣੀ ਦੇ ਅੰਦਰ, 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ, ਉਹ 6 ਸ਼ਾਸਤਰ ਕਿਹੜੇ ਹਨ? ਉਹਨਾਂ 6 ਸ਼ਾਸਤਰਾਂ ਦੀ ਵਿਚਾਰ ਕੱਲ ਦੀ ਚੱਲ ਰਹੀ ਹੈ। ਤੇ ਆਪ ਜੀ ਨੇ ਪਹਿਲਾ ਸ਼ਾਸਤਰ ਜਿਹੜਾ ਸੀ ਉਹ ਨਿਆਇ ਸ਼ਾਸਤਰ, ਉਹਦੇ ਬਾਰੇ ਵਿਚਾਰ ਚਰਚਾ ਸੁਣ ਲਈ ਹੈ। ਅੱਜ ਆਪਾਂ ਅਗਲਾ ਜਿਹੜਾ ਸ਼ਾਸਤਰ ਹੈ ਸਾਧ ਸੰਗਤ, ਉਹਦੇ ਬਾਰੇ ਆਪਾਂ ਵਿਚਾਰ ਚਰਚਾ ਸ਼ੁਰੂ ਕਰਨੀ ਹੈ। ਅਗਲਾ ਕਿਹੜਾ ਸ਼ਾਸਤਰ ਹੈ, ਕੀ ਪੌੜੀ ਹੈ, ਮੈਂ ਆਪ ਜੀ ਨਾਲ ਇੱਕ ਵਾਰੀ ਉਹ ਸਾਂਝੀ ਕਰ ਦੇਵਾਂ, ਉਪਰੰਤ ਆਪਾਂ ਵਿਚਾਰ ਨਾਲ ਜੁੜ ਸਕੀਏ। ਹਾਂਜੀ ਵਾਹਿਗੁਰੂ, ਆਪ ਜੀ ਦੀ ਸਕਰੀਨ ਉੱਪਰ ਹੈ ਸਾਧ ਸੰਗਤ, ਅਗਲਾ ਜਿਹੜਾ ਸ਼ਾਸਤਰ ਹੈ ਇਹ ਮੀਮਾਂਸਾ ਸ਼ਾਸਤਰ ਇਹਨੂੰ ਕਿਹਾ ਜਾਂਦਾ ਹੈ। ਇਹਦੇ ਬਾਰੇ ਅੱਜ ਦੀ ਇਹ ਜਿਹੜੀ ਕਲਾਸ ਹੈ ਇਹਦੇ ਵਿੱਚ ਵਿਚਾਰ ਚਰਚਾ ਆਪਾਂ ਕਰਨੀ ਹੈ। ਪਹਿਲਾਂ ਆਪਾਂ ਇੱਕ ਵਾਰੀ ਮੂਲ ਪਾਠ ਇਹਦਾ ਕਰ ਲਈਏ। ਮੀਮਾਂਸਾ 10ਵੀਂ ਪੌੜੀ ਹੈ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ। ਭਾਈ ਗੁਰਦਾਸ ਜੀ ਕਹਿੰਦੇ ਆ, ਫਿਰ ਜੈਮਨ ਰਿਖ ਬੋਲਿਆ, ਜਜੁਰਵੇਦ ਮੱਥ ਕਥਾ ਸੁਣਾਵੈ, ਕਰਮਾਂ ਉੱਤੇ ਨਿਬੜੈ, ਦੇਹੀ ਮਦ ਦੇਹੀ ਮਦ ਕਰੇ ਸੋ ਪਾਵੈ। ਥਾਪਸ ਕਰਮ ਸੰਸਾਰ ਵਿੱਚ, ਕਰਮ ਵਾਸ ਕਰ ਆਵੈ ਜਾਵੈ, ਸਹਿਸਾ ਮਨਹੁ ਨ ਚੁਕਈ, ਕਰਮਾਂ ਅੰਦਰ ਭਰਮ ਭੁਲਾਵੈ। ਭਰਮ ਵਰਤਨ ਜਗਤ ਕੀ, ਇੱਕੋ ਮਾਇਆ ਬ੍ਰਹਮ ਕਹਾਵੈ। ਜਜੁਰਵੇਦ ਕੋ ਮੱਥ ਕਰ, ਤਤ ਬ੍ਰਹਮ ਵਿੱਚ ਭਰਮ ਕਹਾਵੈ। ਕਰਮ ਦ੍ਰਿੜਾਏ ਜਗਤ ਵਿੱਚ, ਕਰਮ ਦ੍ਰਿੜਾਏ ਜਗਤ ਵਿੱਚ, ਕਰਮ ਦ੍ਰਿੜਾਏ ਜਗਤ ਵਿੱਚ, ਕਰਮ ਬੰਦ ਕਰ ਆਵੈ ਜਾਵੈ। ਸਤਿਗੁਰ ਬਿਨਾ ਨ ਸਹਿਸਾ ਜਾਵੈ, ਸਤਿਗੁਰੂ ਬਿਨਾ ਨ ਸਹਿਸਾ ਜਾਵੈ। ਭਾਈ ਗੁਰਦਾਸ ਜੀ ਨੇ ਸਾਧ ਸੰਗਤ ਤੇ ਮੀਮਾਂਸਾ ਸ਼ਾਸਤਰ ਦੀ ਜਿਹੜੀ ਗੱਲ ਕੀਤੀ ਹੈ ਨਾ, ਇਹਦੇ ਬਾਰੇ ਆਪਾਂ ਥੋੜਾ ਵਿਚਾਰ ਲਈਏ ਕਿ ਸਾਧ ਸੰਗਤ ਜਿਹੜੀ ਗੱਲ ਹੈ ਨਾ, ਸਾਡੇ ਜੀਵਨ ਦੇ ਵਿੱਚ ਜਿਹੜੀਆਂ ਘਟਨਾਵਾਂ ਘਟਦੀਆਂ, ਕਿਉਂਕਿ ਜਜੁਰਵੇਦ ਦੀ ਗੱਲ ਇੱਥੇ ਭਾਈ ਗੁਰਦਾਸ ਜੀ ਨੇ ਕੀਤੀ ਹੈ ਕਿ ਜਜੁਰਵੇਦ ਦੇ ਵਿੱਚੋਂ ਇਹ ਗੱਲ ਲੈ ਕੇ ਜੈਮਨ ਰਿਖ ਸੀ, ਜੈਮਨ ਰਿਖੀ ਜਿਹਦਾ ਇਹ ਮੀਮਾਂਸਾ ਸ਼ਾਸਤਰ ਰਚਿਆ ਹੋਇਆ, ਜੈਮਨ ਰਿਸ਼ੀ ਹੋਇਆ ਸਾਧ ਸੰਗਤ ਇੱਕ, ਜਿਹਨੇ ਜਜੁਰਵੇਦ ਨੂੰ ਘੋਖਿਆ ਪੜਤਾਲਿਆ ਤੇ ਉਹਦੀ ਵਿਆਖਿਆ ਰੂਪ ਦੇ ਵਿੱਚ ਉਹਨੇ ਉਹਨੂੰ ਜਾਣ ਕੇ, ਪਛਾਣ ਕੇ, ਪੜ੍ਹ ਕੇ, ਵਾਚ ਕੇ ਚੰਗੀ ਤਰ੍ਹਾਂ ਉਹਦੇ ਵਿੱਚੋਂ ਇੱਕ ਜਿਹੜਾ ਹੈ ਉਹ ਗ੍ਰੰਥ ਲਿਖ ਦਿੱਤਾ, ਜਿਹਦਾ ਨਾਮ ਦਿੱਤਾ ਉਹਨੇ ਮੀਮਾਂਸਾ। ਮੀਮਾਂਸਾ ਨਾਮ ਦੇ ਕੇ ਉਹਨੇ ਇਹ ਜਿਹੜਾ ਗ੍ਰੰਥ ਜਿਹੜਾ ਸੀ ਉਹ ਦੁਨੀਆ ਦੇ ਵਿੱਚ ਪ੍ਰਗਟ ਕੀਤਾ। ਤੇ ਇਸ ਮੀਮਾਂਸਾ ਸ਼ਾਸਤਰ ਦੇ ਵਿੱਚ ਉਹਨੇ ਇਹ ਗੱਲ ਲਿਖੀ ਹੈ ਕਿ ਮਨੁੱਖ ਕਰਮਾਂ ਦਾ ਕਰਕੇ ਆਉਂਦਾ ਹੈ, ਜਾਂਦਾ ਹੈ, ਤੇ ਕਰਮਾਂ ਦੇ ਗੇੜ ਦੇ ਵਿੱਚ ਮਨੁੱਖ ਪਿਆ ਰਹਿੰਦਾ ਹੈ। ਇਹ ਗੱਲ ਉਹਨੇ ਆਪਣੇ ਇਸ ਮੀਮਾਂਸਾ ਸ਼ਾਸਤਰ ਦੇ ਵਿੱਚ ਲਿਖੀ। ਉਹਨੇ ਇਹ ਗੱਲ ਕਹੀ ਕਿ ਕਿਉਂਕਿ ਸਾਧ ਸੰਗਤ ਗੁਰਬਾਣੀ ਦੇ ਵਿੱਚ ਵੀ ਕਰਮਾਂ ਦੀ ਗੱਲ ਬੜੇ ਵੱਡੇ ਪੱਧਰ ਤੇ ਹੋਈ ਹੈ ਕਿ ਮਨੁੱਖ ਨੂੰ ਆਪਣੇ ਕੀਤੇ ਕਰਮ ਜਿਹੜੇ ਉਹ ਭੋਗਣੇ ਪੈਣੇ ਆ, ਤੇ ਉਹਨਾਂ ਕੀਤੇ ਹੋਏ ਕਰਮਾਂ ਦਾ ਜਿਹੜਾ ਲੇਖਾ ਹੈ ਉਹ ਹਰ ਮਨੁੱਖ ਨੂੰ ਦੇਣਾ ਪਵੇਗਾ, ਭਾਵੇਂ ਉਹ ਕਿਸੇ ਤਰ੍ਹਾਂ ਦੇ ਵੀ ਕੀਤੇ ਕਰਮ ਹੋਣ, ਚੰਗੇ ਹੋਣ, ਮਾੜੇ ਹੋਣ।
ਤੇ ਜੇ ਤੇ ਮਨੁੱਖ ਚੰਗੇ ਕਰਮ ਕਰੇਗਾ ਤੇ ਚੰਗੇ ਕਰਮ ਕਰਕੇ ਫਿਰ ਉਹਨੂੰ ਅਗਲਾ ਜਿਹੜਾ ਜਨਮ ਹੈ ਉਹ ਜਿਹੜਾ ਹੈ ਉਹ ਕਿਸੇ ਮਹਾਨ ਆਤਮਾ ਦੇ ਘਰ ਮਿਲ ਜਾਵੇਗਾ। ਤੇ ਪਰ ਬੰਦ ਖਲਾਸੀ ਜਿਹੜੀ ਇਹਨਾਂ ਕਰਮਾਂ ਤੋਂ ਪਰੇ ਹੋ ਕੇ ਬੰਦ ਖਲਾਸੀ ਹੋਣੀ ਹੈ। ਗੁਰਬਾਣੀ ਦੇ ਅਨੁਸਾਰ ਜੇ ਮਨੁੱਖ ਚੰਗੇ ਕਰਮ ਕਰਦਾ ਹੈ ਤਾਂ ਵੀ ਉਹਨੂੰ ਅਗਲਾ ਜਨਮ ਲੈਣਾ ਪੈਂਦਾ ਹੈ, ਤੇ ਅਗਲਾ ਜਨਮ ਲੈ ਕੇ ਫਿਰ ਉਸ ਤੋਂ ਬਾਅਦ ਕੀ ਹੈ ਕਿ ਅਗਲੇ ਜਨਮ ਦੇ ਵਿੱਚ ਜਾਣ ਕੇ ਉਸ ਤੋਂ ਬਾਅਦ ਉਹਨੂੰ ਮਨੁੱਖ ਨੂੰ ਉਹ ਅਗਲਾ ਜਨਮ ਕਿਸੇ ਧਰਮਾਤਮਾ ਦੇ ਘਰ ਮਿਲਦਾ ਹੈ, ਜਾਂ ਧਨ ਪਦਾਰਥ ਦੀ ਜੇ ਇੱਛਾ ਹੈ ਤੇ ਫਿਰ ਚੰਗੇ ਰਾਜੇ ਦਾ ਜੀਵਨ ਮਿਲਦਾ ਹੈ। ਫਿਰ ਉਸ ਨੂੰ ਭੋਗ ਕੇ ਫਿਰ ਮਨੁੱਖ ਜਿਹੜਾ ਹੈ ਜੇ ਤੇ ਉਸ ਧਰਮੀ ਰਾਜਾ ਬਣ ਜਾਂਦਾ ਹੈ, ਤੇ ਜੇ ਧਾਰਮਿਕ ਬਿਰਤੀ ਵਾਲਾ ਬਣ ਗਿਆ ਫਿਰ ਤੇ ਉਹਦੀ ਮੁਕਤੀ ਹੋ ਜਾਂਦੀ ਹੈ। ਪਰ ਜੇ ਕਿਤੇ ਉਹ ਧਰਮੀ ਨਾ ਬਣਿਆ ਫਿਰ ਕੀ ਹੁੰਦਾ ਹੈ, ਤਪੋ ਰਾਜ ਰਾਜੋ ਨਰਕ, ਕਿ ਪਹਿਲਾਂ ਤਪ ਕੀਤਾ, ਪਰਮੇਸ਼ਰ ਨੂੰ ਧਿਆਇਆ ਤੇ ਰਾਜ ਮਿਲ ਗਿਆ। ਫਿਰ ਜਦੋਂ ਰਾਜ ਦੇ ਵਿੱਚ ਆਇਆ ਤੇ ਫਿਰ ਕੋ ਕਰਮ ਕਮਾਏ ਤੇ ਫਿਰ ਨਰਕ ਪ੍ਰਾਪਤ ਹੋ ਗਿਆ। ਇਸੇ ਤਰ੍ਹਾਂ ਇਹ ਗੇੜ ਜਿਹੜਾ ਉਹ ਚੱਲਦਾ ਰਹਿੰਦਾ ਹੈ। ਮਨੁੱਖਾ ਸਰੀਰ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਜਾਂਦਾ ਹੈ, ਮਨੁੱਖਾ ਸਰੀਰ ਬਿਰਧ ਹੋ ਜਾਂਦਾ, ਖਤਮ ਹੋ ਜਾਂਦਾ, ਪਰ ਮਨ ਦਾ ਜਿਹੜਾ ਪੈਂਡਾ ਹੈ ਉਹ ਖਤਮ ਨਹੀਂ ਹੁੰਦਾ, ਕਿਉਂਕਿ ਕਰਮਾਂ ਦੇ ਅਨੁਸਾਰ ਜਿਹੜਾ ਸਾਨੂੰ ਅਗਲਾ ਜਨਮ ਮਿਲਦਾ ਹੈ ਉਹ ਪ੍ਰਾਰਬਧ ਕਰਮ ਇਹਨਾਂ ਨੂੰ ਕਿਹਾ ਜਾਂਦਾ, ਜਿਹੜੇ ਪਿਛਲੇ ਸਾਡੇ ਜੁੜੇ ਹੋਏ ਕਰਮ ਹੁੰਦੇ ਉਹਨਾਂ ਦੇ ਅਨੁਸਾਰ ਸਾਨੂੰ ਅਗਲਾ ਸੁਭਾਅ ਅਗਲਾ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਫਿਰ ਉਹਦੇ ਵਿੱਚੋਂ ਹੀ ਗਾਂ ਸਾਨੂੰ ਜਿਹੜੇ ਅਸੀਂ ਕਰਮ ਕਰਦੇ ਹਾਂ ਤੇ ਫਿਰ ਉਹਨਾਂ ਕਰਮਾਂ ਦੇ ਵਿੱਚੋਂ ਹੀ ਸਾਨੂੰ ਫਿਰ ਗਾਂ ਜੇ ਤੇ ਮਨੁੱਖ ਚੰਗੇ ਕਰਮ ਕਰਦਾ, ਨਾਲ ਬੰਦਗੀ ਕਰਦਾ ਹੈ, ਪਰਮੇਸ਼ਰ ਨੂੰ ਸਿਮਰਦਾ, ਫਿਰ ਤੇ ਮੁਕਤੀ ਪ੍ਰਾਪਤ ਕਰ ਲੈਂਦਾ, ਫਿਰ ਦੁਬਾਰਾ ਜਨਮ ਮਰਨ ਉਹਦਾ ਨਹੀਂ ਹੁੰਦਾ, ਫਿਰ ਖੇਤੀ ਛੁੱਟੀ ਨਾਲ ਵਾਲਾ ਉਹਦੀ ਗੱਲ ਹੋ ਜਾਂਦੀ ਹੈ। ਪਰ ਜੇ ਕੋਈ ਕਰਮਾਂ ਦੇ ਇਸ ਸਿਧਾਂਤ ਨੂੰ ਨਹੀਂ ਸਮਝਦਾ ਤਾਂ ਵੀ ਬੁਰੇ ਕਰਮ ਕਰਦਾ ਹੈ, ਤੇ ਫਿਰ ਉਹਦਾ ਆਉਣ ਜਾਣ ਦਾ ਚੱਕਰ ਜਿਹੜਾ ਹੈ ਗੁਰਬਾਣੀ ਅਨੁਸਾਰ ਵੀ ਬਣਿਆ ਰਹਿੰਦਾ ਹੈ, ਕਿਉਂਕਿ ਕਰਮਾਂ ਬੱਧਾ ਆਵੇ ਜਾਏ। ਕਰਮਾਂ ਦਾ ਬੰਨਿਆ ਹੋਇਆ ਮਨੁੱਖ ਆਉਂਦਾ ਹੈ, ਜਾਂਦਾ ਹੈ, ਵਾਰ-ਵਾਰ ਮਰਦਾ ਤੇ ਵਾਰ-ਵਾਰ ਜੰਮਦਾ ਹੈ, ਗੁਰਬਾਣੀ ਨੇ ਨਿਰਣਾ ਦਿੱਤਾ। ਸੋ ਇਸੇ ਤਰ੍ਹਾਂ ਸਾਧ ਸੰਗਤ ਇਹ ਜਿਹੜਾ ਅੱਜ ਜੈਮਿਨ ਰਿਖੀ ਨੇ ਇਹ ਜਿਹੜਾ ਸ਼ਾਸਤਰ ਲਿਖਿਆ ਹੈ ਨਾ, ਮੀਮਾਂਸਾ ਸ਼ਾਸਤਰ, ਇਹਦੇ ਵਿੱਚ ਉਹਨੇ ਕਰਮਾਂ ਦੀ ਗੱਲ ਬੜੇ ਵੱਡੇ ਪੱਧਰ ਤੇ ਕੀਤੀ ਹੈ ਕਿ ਭਾਈ ਮਨੁੱਖ ਕਰਮਾਂ ਕਰਕੇ ਸੰਸਾਰ ਤੇ ਆਉਂਦਾ, ਕਰਮ ਭੋਗ ਕੇ ਇੱਥੋਂ ਜਾਂਦਾ ਤੇ ਫਿਰ ਅਗਲਾ ਜਨਮ ਪ੍ਰਾਪਤ ਹੋ ਜਾਂਦਾ ਹੈ। ਪਰ ਇਸੇ ਹੀ ਪੌੜੀ ਦੇ ਅਖੀਰ ਦੇ ਉੱਤੇ ਭਾਈ ਗੁਰਦਾਸ ਜੀ ਨੇ ਇੱਕ ਗੱਲ ਦ੍ਰਿੜ ਕਰਵਾਈ ਹੈ ਜਿਹੜੀ ਸਾਨੂੰ ਸਭ ਨੂੰ ਸਮਝਣ ਯੋਗ ਹੈ। ਭਾਵੇਂ ਕਿ ਸਾਧ ਸੰਗਤ ਇਹ ਗੱਲ ਭਾਈ ਗੁਰਦਾਸ ਜੀ ਨੇ ਪਿਛਲਾ, ਕਿਉਂਕਿ ਕੀ ਹੋ ਰਿਹਾ ਸੀ ਉਸ ਸਮੇਂ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਕੀ ਹਾਲਾਤ ਸਨ ਉਹਨਾਂ ਦੇ ਬਾਰੇ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਹੈ। ਪਰ ਸਾਧ ਸੰਗਤ ਇਹਦੇ ਵਿੱਚ ਵੀ ਭਾਈ ਗੁਰਦਾਸ ਜੀ ਨੇ ਅਖੀਰ ਤੇ ਸਾਨੂੰ ਗੁਰਮਤਿ ਹੀ ਦ੍ਰਿੜ ਕਰਵਾਈ ਹੈ ਕਿ ਇਹ ਨਾ ਹੋਵੇ ਸਿੱਖ ਜਿਹੜਾ ਹੈ ਉਹ ਇਸ ਮੀਮਾਂਸਾ ਸ਼ਾਸਤਰ ਦੇ ਪਿੱਛੇ ਲਾ ਕੇ ਕਰਮਾਂ ਦੀ ਗੱਲ ਨੂੰ ਲੈ ਕੇ ਪੱਲੇ ਬੰਨ੍ਹ ਕੇ ਤੇ ਇਹ ਨਾ ਹੋਵੇ ਜੈਨੀਆਂ ਦੀ ਤਰ੍ਹਾਂ ਤੁਰਿਆ ਫਿਰੇ ਕਿ ਸਾਨੂੰ ਕੋਈ ਕਰਮ ਕਰਨਾ ਹੀ ਨਾ ਪਵੇ। ਕਿਉਂਕਿ ਜੈਨੀ ਲੋਕ ਜਿਹੜੇ ਆ ਨਾ ਉਹ ਇਹ ਗੱਲ ਮੰਨਦੇ ਆ ਸਾਧ ਸੰਗਤ ਕਿ ਅਸੀਂ ਜਿਹੜਾ ਆ ਉਹ ਕੋਈ ਕਰਮ ਕਰਦੇ ਆ ਉਹਦਾ ਸਾਨੂੰ ਫਲ ਮਿਲਦਾ ਹੈ, ਇਸ ਕਰਕੇ ਉਹ ਕੋਈ ਵੀ ਕਰਮ ਜਿਹੜਾ ਨਹੀਂ ਕਰਦੇ, ਜੀਵ ਹੱਤਿਆ ਨਹੀਂ ਕਰਦੇ ਕਿ ਕਿਤੇ ਸਾਨੂੰ ਅਗਲਾ ਜਨਮ ਜਿਹੜਾ ਹੈ ਉਹ ਪ੍ਰਾਪਤ ਨਾ ਹੋ ਜਾਵੇ। ਇਸੇ ਤਰ੍ਹਾਂ ਸਾਧ ਸੰਗਤ ਇਹ ਜਿਹੜਾ ਜੈਮਿਨ ਰਿਖੀ ਦਾ ਕੀ ਬਿਰਤਾਂਤ ਹੈ ਇਸ ਮੀਮਾਂਸਾ ਸ਼ਾਸਤਰ ਵਿੱਚ ਆਪ ਜੀ ਦੀ ਸਕਰੀਨ ਉੱਤੇ ਦਾਸ ਨੇ ਭੇਜ ਦਿੱਤਾ ਹੈ। ਆਪਾਂ ਇਹਦੀ ਹੁਣ ਥੋੜੀ ਵਿਚਾਰ ਜਿਹੜੀ ਹੈ ਧਿਆਨ ਨਾਲ ਆਪ ਜੀ ਨੇ ਸਰਵਣ ਕਰਨੀ, ਜੁੜੇ ਰਹਿਣਾ। ਇਸੇ ਤਰ੍ਹਾਂ ਮੀਮਾਂਸਾ ਸ਼ਾਸਤਰ ਦੇ ਵਿੱਚ ਕੀ ਹੈ, ਫਿਰ ਜੈਮਿਨ ਰਿਖ ਬੋਲਿਆ ਜਜੁਰ ਵੇਦ ਮੱਥ ਕਥਾ ਸੁਣਾਵੇ। ਭਾਈ ਗੁਰਦਾਸ ਜੀ ਕਹਿੰਦੇ ਫਿਰ ਜੈਮਿਨ ਰਿਖ ਦਾ ਸਮਾਂ ਆਇਆ। ਰਿਗਵੇਦ ਦੀ ਗੱਲ ਕੱਲ ਹੋਈ ਸੀ, ਆਪ ਜੀ ਨੇ ਸਰਵਣ ਕੀਤਾ ਹੋਏਗਾ ਭਾਈ ਸਾਹਿਬ ਜੀ ਪਾਸੋਂ ਕਿ ਰਿਗਵੇਦ ਦੀ ਉਹਨਾਂ ਨੇ ਗੱਲ ਕੀਤੀ ਸੀ ਕਿ ਰਿਗਵੇਦ ਜਿਹੜਾ ਸੀ ਉਹਨੂੰ ਫਿਰ ਘੋਖ ਕੇ ਉਹਨੂੰ ਪੜਤਾਲ ਕੇ ਫਿਰ ਗੌਤਮ ਰਿਖੀ ਨੇ ਕੀ ਕੀਤਾ ਸੀ, ਨਿਆਏ ਸ਼ਾਸਤਰ ਲਿਖਿਆ ਸੀ। ਨਿਆਏ ਸ਼ਾਸਤਰ ਤੇ ਨਿਆਏ ਸ਼ਾਸਤਰ ਦੇ ਬਾਰੇ ਕੱਲ ਤੁਹਾਨੂੰ ਭਾਈ ਸਾਹਿਬ ਨੇ ਦੱਸਿਆ ਹੋਏਗਾ 6 ਸ਼ਾਸਤਰਾਂ ਦੇ ਵਿਚਾਰ ਦੇ ਵਿੱਚ ਕਿ ਨਿਆਏ ਸ਼ਾਸਤਰ ਨੂੰ ਪਹਿਲੋਂ ਨੇ ਰਿਗਵੇਦ ਦੀ ਕਥਾ ਜਿਹੜੀ ਪੂਰੀ ਕੀਤੀ, ਰਿਗਵੇਦ ਨੂੰ ਵਿਚਾਰਿਆ, ਵਿਚਾਰਨ ਤੋਂ ਬਾਅਦ ਫਿਰ ਨਿਆਏ ਸ਼ਾਸਤਰ ਜਿਹੜਾ ਉਹਨੇ ਪ੍ਰਗਟ ਕੀਤਾ। ਇਹ ਕੌਣ ਸੀ, ਇਹ ਗੌਤਮ ਰਿਖੀ ਦਾ। ਫਿਰ ਉਸ ਤੋਂ ਬਾਅਦ ਜੈਮਿਨ ਰਿਖ ਦੂਸਰਾ ਰਿਖੀ ਹੈ। ਇਸ ਰਿਖੀ ਨੇ ਮੀਮਾਂਸਾ ਸ਼ਾਸਤਰ ਲਿਖਿਆ, ਕਾਹਦੇ ਤੇ ਬੇਸ ਲਿਆ ਹੈ, ਕਰਮਾਂ ਦੇ ਉੱਤੇ, ਤੇ ਕਿਹਨੂੰ ਘੋਖ ਕੇ ਕਿਹਨੂੰ ਪੜਤਾਲ ਕਰਕੇ ਲਿਖਿਆ, ਉਹ ਹੈ ਜਜੁਰਵੇਦ। ਜਜੁਰਵੇਦ ਪਹਿਲਾ ਰਿਗਵੇਦ, ਦੂਸਰਾ ਜਜੁਰਵੇਦ। ਦੂਸਰਾ ਵੇਦ ਜਿਹੜਾ ਸੀ ਨਾ ਜਜੁਰਵੇਦ, ਉਹਨੂੰ ਧਿਆਨ ਦੇ ਵਿੱਚ ਰੱਖ ਕੇ ਉਹਨੂੰ ਘੋਖ ਪੜਤਾਲ ਕਰਕੇ ਇਹ ਜਿਹੜਾ ਜੈਮਿਨ ਰਿਖੀ ਸੀ ਇਹਨੇ ਫਿਰ ਕਰਮਾਂ ਨੂੰ ਆਧਾਰ ਬਣਾ ਕੇ ਇਹ ਇੱਕ ਮੀਮਾਂਸਾ ਸ਼ਾਸਤਰ ਦੀ ਰਚਨਾ ਕੀਤੀ। ਫਿਰ ਉਹਦੇ ਵਿੱਚ ਉਹਨੇ ਕੀ ਲਿਖਿਆ, ਕਰਮਾਂ ਉੱਤੇ ਨਿਬੜੈ ਦੇਹੀ ਮੱਥ ਕਰੇ ਸੋ ਪਾਵੇ। ਉਹਨੇ ਕਿਹਾ ਭਾਈ
ਜਾਮਣ ਰਿਖੀ ਨੇ ਕਿਹਾ ਕਿ ਭਾਈ ਕਰਮਾਂ ਤੇ ਗੱਲ ਨਿਬੜਨੀ ਹੈ। ਜਿਹੜਾ ਮਨੁੱਖ ਦੇਹੀ ਮੱਧ ਕਰੇ ਸੋ ਪਾਵੈ। ਜਿਹੜਾ ਮਨੁੱਖ ਦੇਹੀ ਦੇ ਵਿੱਚ ਜੋ ਕਰੇਗਾ ਉਹੀ ਉਹਨੂੰ ਭੋਗਣਾ ਪਵੇਗਾ ਸੰਸਾਰ ਦੇ ਵਿੱਚ। ਜੋ ਵੀ ਉਹ ਕਰੇਗਾ ਉਹਦਾ ਹੀ ਉਹਨੂੰ ਜਿਹੜਾ ਇਹ ਕਰਮਾਂ ਦੇ ਕਰਕੇ ਦੇਹੀ ਮਿਲੀ ਆ, ਤੇ ਚੰਗੀ ਹੈ ਮੰਦੀ ਹੈ, ਕੋਈ ਰਾਜਾ ਹੈ ਕੋਈ ਭਿਖਾਰੀ ਹੈ, ਉਹ ਕਹਿੰਦਾ ਇਹ ਸਾਰਾ ਕੁਝ ਕਰਮਾਂ ਕਰਕੇ ਹੈ। ਕਰਮਾਂ ਕਰਕੇ ਕੋਈ ਰਾਜਾ ਹੈ, ਕਰਮਾਂ ਕਰਕੇ ਕੋਈ ਭਿਖਾਰੀ ਹੈ, ਕਰਮਾਂ ਕਰਕੇ ਕਿਸੇ ਨੂੰ ਸਰੀਰ ਮਿਲਿਆ ਹੈ, ਕਿਸੇ ਨੂੰ ਕਰਮਾਂ ਕਰਕੇ ਨਹੀਂ ਮਿਲਦਾ। ਉਹ ਕਹਿੰਦਾ ਕਰਮਾਂ ਕਰਕੇ ਮਨੁੱਖ ਆਉਂਦਾ ਜਾਂਦਾ ਹੈ, ਕਰਮਾਂ ਉੱਤੇ ਨਿਬੜੇ ਦੇਹੀ ਮੱਧ ਕਰੇ ਸੋ ਪਾਏ। ਦੇਹੀ ਦੇ ਵਿੱਚ ਰਹਿ ਕੇ ਮਨੁੱਖ ਜਿਹੜਾ ਵੀ ਕਰਮ ਕਰਦਾ ਹੈ, ਉਹ ਮੀਮਾਂਸਾ ਸ਼ਾਸਤਰ ਵਾਲਾ ਇਹ ਜੈਮਣ ਰਿਖੀ ਕਹਿੰਦਾ ਹੈ ਕਿ ਇਹ ਉਹਦੀ ਕਰਮਾਂ ਦੇ ਉੱਤੇ ਹੀ ਨਿਬੜਦੀ ਹੈ। ਦੇਹੀ ਵਿੱਚ ਰਹਿ ਕੇ ਜਿਹੜਾ ਕਰਮ ਕਰਦਾ ਹੈ ਉਹਦਾ ਫਲ ਮਨੁੱਖ ਨੂੰ ਮਿਲ ਜਾਂਦਾ ਹੈ। ਫਿਰ ਕਹਿੰਦਾ ਹੈ ਥਾਪਸ ਕਰਮ ਸੰਸਾਰ ਵਿੱਚ ਕਰਮ ਵਾਸ ਕਰ ਆਵੇ ਜਾਵੇ। ਕਹਿੰਦਾ ਕਿ ਜਿਹੜਾ ਹੈ ਨਾ ਭਾਈ, ਇਹ ਸੰਸਾਰ ਦੇ ਵਿੱਚ ਕਰਮ ਥਾਪੇ ਗਏ ਆ, ਕਰਮ ਕਾਂਡ ਕਰਕੇ ਸਥਾਪਨ ਹੋਇਆ ਇਹ ਸਾਰਾ ਸੰਸਾਰ। ਕੱਲ ਉਹਨੇ ਕਿਹਾ ਸੀ ਨਿਆਇ ਸ਼ਾਸਤਰ ਵਾਲੇ ਨੇ ਕਿ ਨਿਆਇਕ ਸ਼ਾਸਤਰ ਦਾ ਕਰਕੇ, ਨਿਆਂ ਦਾ ਕਰਕੇ ਇਹ ਸਾਰਾ ਕੁਝ ਜਿਹੜਾ ਹੈ ਉਹ ਹੋ ਰਿਹਾ ਹੈ। ਪਰ ਅੱਜ ਜਿਹੜੀ ਗੱਲ ਆ ਉਹਨੇ ਕਹੀ ਆ ਕਿ ਜਿਹੜਾ ਵੀ ਕੁਝ ਹੋ ਰਿਹਾ ਸੰਸਾਰ ਦੇ ਵਿੱਚ ਉਹ ਕਰਮਾਂ ਦਾ ਕਰਕੇ ਹੋ ਰਿਹਾ। ਥਾਪਸ ਕਰਮ ਸੰਸਾਰ ਵਿੱਚ, ਕਰਮ ਕਰਕੇ ਸੰਸਾਰ ਕਹਿੰਦਾ ਥਾਪਿਆ ਗਿਆ। ਸੰਸਾਰ ਕਰਮਾਂ ਕਰਕੇ ਥਾਪਿਆ ਗਿਆ। ਕੋਈ ਆ ਰਿਹਾ ਕਰਮਾਂ ਦੇ ਵਾਸ ਕਰਕੇ ਤੇ ਕੋਈ ਇੱਥੋਂ ਜਾ ਰਿਹਾ ਕਰਮਾਂ ਦਾ ਵਾਸ ਕਰਕੇ। ਕਰਮ ਭੋਗ ਕੇ ਕੋਈ ਮਨੁੱਖ ਆਉਂਦਾ ਹੈ, ਕਰਮ ਭੋਗ ਕੇ ਕੋਈ ਮਨੁੱਖ ਇੱਥੋਂ ਚਲਿਆ ਜਾ ਰਿਹਾ ਹੈ। ਇਹ ਸਾਰਾ ਸੰਸਾਰ ਉਹਨੇ ਕਿਹਾ ਕਿ ਕਰਮਾਂ ਕਰਕੇ ਥਾਪਿਆ ਗਿਆ ਹੈ। ਸਹਸਾ ਮਨੋ ਨਾ ਚੁਕਾਈ, ਕਰਮਾਂ ਅੰਦਰ ਭਰਮ ਭੁਲਾਵੇ। ਕਹਿੰਦੇ ਆ ਕਿ ਫਿਰ ਇਹਨੇ ਕਿਹਾ ਕਿ ਮਨ ਦੇ ਵਿੱਚੋਂ ਸੰਸਾ ਨਹੀਂ ਗਿਆ, ਕਰਮਾਂ ਦੇ ਭਰਮ ਅੰਦਰ ਹੀ ਮਨੁੱਖ ਜਿਹੜਾ ਭੁੱਲਿਆ ਰਹਿੰਦਾ। ਮਨ ਦੇ ਵਿੱਚੋਂ ਸੰਸਾ ਮਨ ਸਹਿਸਾ ਮਨੋ ਨਾ ਚੁਕਾਈ, ਮਨ ਦੇ ਵਿੱਚੋਂ ਸੰਸਾ ਜਿਹੜਾ ਉਹ ਖਤਮ ਨਹੀਂ ਹੋਇਆ ਤੇ ਕਰਮਾਂ ਅੰਦਰ ਭਰਮ ਭੁਲਾਵੇ। ਇਹਨੇ ਜੈਮਣ ਰਿਖੀ ਨੇ ਕੀ ਕੀਤਾ, ਇਹਨੇ ਕਰਮਾਂ ਦਾ ਡਰ ਦੇਤਾ ਸਾਰਿਆਂ ਨੂੰ। ਸਾਰਿਆਂ ਨੂੰ ਕਹਿਤਾ ਭਾਈ ਤੁਸੀਂ ਚੰਗੇ ਕਰਮ ਕਰੋਗੇ ਤੇ ਤੁਹਾਡਾ ਭਲਾ ਹੈ, ਨਹੀਂ ਤੇ ਤੁਸੀਂ ਨਰਕਾਂ ਨੂੰ ਜਾਓਗੇ। ਇਹ ਲਿਖ ਕੇ ਚਲਾ ਗਿਆ। ਤੇ ਇਹਦੇ ਨਾਲ ਅਸਲ 'ਚ ਲਿਖਣਾ ਤੇ ਉਹ ਚਾਹੀਦਾ ਸੀ ਨਾ ਜਿਹਦੇ ਨਾਲ ਮਨੁੱਖ ਦਾ ਸਹਿਸਾ ਡਰ ਖਤਮ ਹੁੰਦਾ, ਸੰਸਾ ਖਤਮ ਹੁੰਦਾ। ਤੇ ਪਰ ਭਾਈ ਗੁਰਦਾਸ ਜੀ ਕਹਿੰਦੇ ਸਹਿਸਾ ਮਨੋ ਨਾ ਚੁਕਾਈ, ਕਿਸੇ ਦੇ ਮਨ 'ਚੋਂ ਸਹਿਸਾ ਖਤਮ ਨਹੀਂ ਹੋਇਆ, ਡਰ ਸਗੋਂ ਵੱਧ ਗਿਆ ਲੋਕਾਂ ਦਾ ਕਿ ਭਾਈ ਜੇ ਕਰਮ ਚੰਗੇ ਕਰਾਂਗੇ ਤੇ ਕੁਝ ਪ੍ਰਾਪਤ ਹੈ, ਜੇ ਮਾੜੇ ਕਰਮ ਕਰਾਂਗੇ ਤੇ ਫਿਰ ਨਰਕ ਪ੍ਰਾਪਤ ਹੋਣਾ। ਇਹੋ ਜਿਹੀਆਂ ਗੱਲਾਂ ਉਹ ਕਹਿੰਦੇ ਜੈਮਣ ਰਿਖੀ ਲਿਖ ਕੇ ਗਿਆ। ਇਸ ਕਰਕੇ ਅਸਲੀ ਤੇ ਗੱਲ ਇਹ ਸੀ ਕਿ ਸਹਿਸਾ ਮਨ ਦੇ ਵਿੱਚੋਂ ਖਤਮ ਹੋ ਜਾਂਦਾ। ਪਰ ਕਹਿੰਦੇ ਸਹਿਸਾ ਮਨੋ ਨਾ ਚੁਕਾਈ, ਕਰਮਾਂ ਅੰਦਰ ਭਰਮ ਭੁਲਾਵੇ। ਮਨੁੱਖ ਕਰਮਾਂ ਦੇ ਵਿੱਚ ਫਸਿਆ ਹੋਇਆ, ਭਰਮ ਦੇ ਵਿੱਚ ਭੁੱਲਾ ਹੋਇਆ ਇਸੇ ਤਰ੍ਹਾਂ ਫਿਰਦਾ ਰਿਹਾ। ਸਹਿਸਾ ਮਨੋ ਨਾ ਚੁਕਾਈ, ਕਰਮਾਂ ਅੰਦਰ ਭਰਮ ਭੁਲਾਵੇ। ਕੋਈ ਕਿਸੇ ਕਰਮ ਦੇ ਵਿੱਚ ਰੁੱਝ ਗਿਆ, ਕੋਈ ਕਿਸੇ ਕਰਮ 'ਚ ਰੁੱਝ ਗਿਆ, ਕੋਈ ਕਿਸੇ ਨੂੰ ਪੂਜਣ ਲੱਗ ਪਿਆ, ਕੋਈ ਅੱਜ ਵੀ ਕਰਮ ਕਾਂਡ ਤਾਂ ਹੀ ਹੈ ਨਾ ਵੱਧ, ਕਿਉਂਕਿ ਇਹ ਕਰਮ ਕਾਂਡਾਂ ਦਾ ਜਿਹੜਾ ਜ਼ਿਕਰ ਹੈ ਨਾ, ਯੱਗ ਕਰਨੇ, ਉਹ ਆਹੂਤੀਆਂ ਦੇਣੀਆਂ, ਦੇਵਤਿਆਂ ਨੂੰ ਖੁਸ਼ ਕਰਨਾ, ਇਹ ਸਾਰੇ ਜਿਹੜੇ ਕਰਮ ਇਹਦੇ ਵਿੱਚ ਲਿਖੇ ਹੋਏ ਆ ਯਜੁਰਵੇਦ ਦੇ ਵਿੱਚ। ਇਸੇ ਕਰਕੇ ਇਹਨੂੰ ਆਧਾਰ ਬਣਾ ਕੇ ਜਦੋਂ ਇਹਨੇ ਜੈਮਣ ਰਿਖੀ ਨੇ ਲਿਖਿਆ ਹੈ ਸਾਧ ਸੰਗਤ ਮੀਮਾਂਸਾ ਸ਼ਾਸਤਰ ਦੇ, ਉਹਦੇ ਵਿੱਚ ਇਹਨੇ ਕਰਮ ਲਿਖ ਦਿੱਤੇ ਤੇ ਲੋਕ ਫਿਰ ਕਰਮਾਂ ਦੇ ਅੰਦਰ ਭਰਮ ਭੁੱਲਣ ਲੱਗ ਪਏ। ਪਰਮੇਸ਼ਰ ਦੀ ਗੱਤ ਨਹੀਂ ਜਾਣੀ, ਪਰਮੇਸ਼ਰ ਨੂੰ ਭੁਲਾ ਲਿਆ। ਅਸਲੀ ਸੀ ਕਿ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ, ਪਰ ਪਰਮੇਸ਼ਰ ਨੂੰ ਭੁਲਾ ਕੇ ਲੋਕ ਜਿਹੜਾ ਇਹਨਾਂ ਕਰਮਾਂ ਦੇ ਵਿੱਚ ਲੱਗ ਗਏ ਕਿ ਜੇ ਆਹ ਕਰਾਂਗੇ ਤੇ ਆਹ ਪ੍ਰਾਪਤ ਹੋਏਗਾ, ਜੇ ਨਾ ਕਰਾਂਗੇ ਤੇ ਸਾਨੂੰ ਨਰਕ ਪ੍ਰਾਪਤ ਹੋਏਗਾ। ਇਹੋ ਜਿਹੀਆਂ ਗੱਲਾਂ ਲੋਕਾਂ ਦੇ ਮਨ ਵਿੱਚ ਆਉਣ ਲੱਗ ਪਈਆਂ। ਕਹਿੰਦੇ ਆ ਭਾਈ ਗੁਰਦਾਸ ਜੀ ਕਹਿੰਦੇ ਕਿ ਕਰਮਾਂ ਅੰਦਰ ਭਰਮ ਭੁਲਾਵੇ, ਲੋਕ ਕਰਮਾਂ ਦੇ ਵਿੱਚ ਲੱਗ ਕੇ ਭਰਮ ਭੁੱਲ ਗਏ, ਪਰਮੇਸ਼ਰ ਦੀ ਸਾਰ ਨਹੀਂ ਜਾਣੀ। ਭਰਮ ਵਰਤਨ ਜਗਤ ਕੀ ਇੱਕੋ ਮਾਇਆ ਬ੍ਰਹਮ ਕਹਾਵੇ। ਕਹਿੰਦੇ ਭਰਮ ਵਰਤਨ ਜਗਤ ਕੀ ਇੱਕੋ ਮਾਇਆ ਭਰਮ ਬ੍ਰਹਮ ਕਹਾਵੇ। ਕਹਿੰਦੇ ਉਸ ਸਮੇਂ ਫਿਰ ਹੋਇਆ ਕਿ ਜਦੋਂ ਇਹਨੇ ਮੀਮਾਂਸਾ ਸ਼ਾਸਤਰ ਲਿਖਿਆ ਤੇ ਹੋਇਆ ਕਿ ਭਰਮ ਦੇ ਵਿੱਚ ਹੀ ਜਗਤ ਜਿਹੜਾ ਵਰਤਣ ਲੱਗ ਪਿਆ। ਕਿਸੇ ਨੂੰ ਇੰਝ ਲੱਗਦਾ ਸੀ ਕਿ ਮੈਂ ਜੇ ਆਹ ਕਰਮ ਕਰ ਲਾਂਗਾ ਮੈਨੂੰ ਆਹ ਪ੍ਰਾਪਤ ਹੋ ਜਾਏਗਾ, ਜੇ ਮੈਂ ਯੱਗ ਕਰ ਲਾਂਗਾ ਤਾਂ ਦੇਵਤੇ ਖੁਸ਼ ਹੋ ਜਾਣਗੇ, ਮੈਨੂੰ ਕੁਝ ਮਿਲ ਜਾਵੇਗਾ। ਇਸੇ ਤਰ੍ਹਾਂ ਲੋਕ ਕਰਮ ਕਾਂਡਾਂ ਦੇ ਵਿੱਚ ਰੁੱਝ ਗਏ। ਭਰਮ ਵਰਤਨ ਸਭ ਜਗਤ ਕੀ, ਸਾਰੇ ਜਗਤ ਦੀ ਜਿਹੜੀ ਨਾ ਵਰਤਨ ਉਹ ਭਰਮ ਹੋ ਗਈ, ਭਰਮ ਦੇ ਵਿੱਚ ਵਰਤ ਗਏ ਸਾਰੇ, ਸਾਰਾ ਸੰਸਾਰ ਭਰਮ 'ਚ ਭੁੱਲ ਗਿਆ। ਇੱਕੋ ਮਾਇਆ ਬ੍ਰਹਮ ਕਹਾਵੇ, ਇੱਕ ਮਾਇਆ ਨੂੰ ਉਹਨੇ ਬ੍ਰਹਮ ਕਹਿ ਦਿੱਤਾ। ਉਹਨੇ ਕਿਹਾ ਮਾਇਆ ਹੀ ਬ੍ਰਹਮ ਹੈ। ਜੈਮਣ ਰਿਖੀ ਨੇ ਨਾ ਮੀਮਾਂਸਾ ਸ਼ਾਸਤਰ 'ਚ ਗੱਲ ਲਿਖੀ ਕਿ ਮਾਇਆ ਜਿਹੜੀ ਹੈ ਉਹੀ ਬ੍ਰਹਮ ਹੈ, ਮਾਇਆ ਤੇ ਬ੍ਰਹਮ ਇੱਕੋ ਹੀ ਹਨ, ਉਹਨੇ ਕਹਿ ਦਿੱਤਾ।
ਇੱਕੋ ਮਾਇਆ ਬ੍ਰਹਮ ਕਹਾਵੇ, ਕਿ ਮਾਇਆ ਤੇ ਬ੍ਰਹਮ ਦੋਵੇਂ ਇੱਕੋ ਹੀ ਆ। ਹਾਂ, ਗੁਰਬਾਣੀ ਵੀ ਇਹੋ ਗੱਲ ਮੰਨਦੀ ਹੈ ਕਿ ਮਾਇਆ ਜਿਹੜੀ ਹੈ ਨਾ ਉਹ ਹੈ ਬ੍ਰਹਮ ਦਾ ਰੂਪ ਹੀ, ਪਰ ਬ੍ਰਹਮ ਦੇ ਵਿੱਚੋਂ ਨਿਕਲੀ ਹੋਈ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਸਾਧ ਸੰਗਤ, ਇੱਕ ਪੌੜੀ ਆਉਂਦੀ ਹੈ ਜਪਜੀ ਸਾਹਿਬ ਦੀ ਪੌੜੀ ਆ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਸੋ ਉਹਦੇ ਵਿੱਚ ਕੀ ਗੱਲ ਕੀਤੀ ਗਈ ਹੈ ਕਿ ਏਕਾ ਮਾਈ, ਉਹ ਮਾਈ ਕਿਹੜੀ ਹੈ? ਏਕਾ ਮਾਈ ਜੁਗਤ ਵਿਆਹੀ, ਉਹ ਜੁਗਤੀ ਦੇ ਨਾਲ ਵਿਆਹੀ ਗਈ, ਪਰਮੇਸ਼ਰ ਨੇ ਉਹ ਮਾਈ ਕੀਤੀ ਤੇ ਉਹ ਵਿਆਹੀ ਗਈ, ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਉਹ ਜਿਹੜੀ ਮਾਇਆ ਮਾਈ ਹੈ ਉਹਦੇ ਵਿੱਚ ਤਿੰਨ ਚੇਲੇ ਪ੍ਰਗਟ ਹੋਏ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਬ੍ਰਹਮਾ ਵਿਸ਼ਨੂੰ ਮਹੇਸ਼ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੇ, ਜਿਉ ਹੋਵੇ ਫਰਮਾਨ। ਉਹ ਕੌਣ? ਪਰਮੇਸ਼ਰ ਵਾਹਿਗੁਰੂ। ਉਹ ਵੇਖਿਆ ਉਹਨਾਂ ਨਦਰ ਨਾ ਆਵੇ, ਬਹੁਤਾ ਆਇਓ ਵਿਡਾਣ। ਮਹਾਰਾਜ ਕਹਿੰਦੇ ਆ ਉਹ ਪਰਮੇਸ਼ਰ ਇਹਨਾਂ ਨੂੰ ਵੇਖ ਰਿਹਾ, ਪਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਇਸ ਕਰਕੇ ਇਹ ਗੱਲ ਗੁਰਬਾਣੀ ਨੇ ਵੀ ਮੰਨੀ ਹੈ ਕਿ ਮਾਇਆ ਜਿਹੜੀ ਹੈ, ਜੋ ਦ੍ਰਿਸ਼ਟਮਾਨ ਸੰਸਾਰ ਹੈ ਜਿਹਨੂੰ ਅਸੀਂ ਦੇਖਦੇ ਹਾਂ, ਇਹ ਪਰਮੇਸ਼ਰ ਦਾ ਹੀ ਰੂਪ ਹੈ। ਪਰ ਸਾਧ ਸੰਗਤ, ਜਦੋਂ ਗੁਰਬਾਣੀ ਇਹ ਗੱਲ ਕਹਿੰਦੀ ਹੈ ਨਾ, ਉਹਦਾ ਵਿਸ਼ਾ ਥੋੜਾ ਇਹ ਤੋਂ ਅਲੱਗ ਹੈ ਜੈਮਿਨ ਰਿਸ਼ੀ ਤੋਂ। ਆਪ ਜੀ ਨੇ ਧਿਆਨ ਨਾਲ ਸਰਵਣ ਕਰਨਾ, ਕਿਉਂਕਿ ਡੂੰਘੀ ਵਿਚਾਰ ਹੈ ਥੋੜੀ ਜੀ, ਕਿ ਜਦੋਂ ਜੈਮਿਨ ਰਿਸ਼ੀ ਇਹ ਗੱਲ ਕਹਿੰਦਾ ਹੈ ਕਿ ਮਾਇਆ ਤੇ ਬ੍ਰਹਮ ਇੱਕੋ ਹੀ ਹੈ, ਫਿਰ ਉਹ ਕਹਿੰਦਾ ਹੈ ਕਿ ਬ੍ਰਹਮ ਕਹਾਵੇ ਇੱਕੋ ਮਾਇਆ ਬ੍ਰਹਮ ਕਹਾਵੇ। ਉਹ ਕਹਿੰਦਾ ਕਿ ਮਾਇਆ ਤੇ ਬ੍ਰਹਮ ਜਿਹੜੇ ਉਹ ਇੱਕੋ ਹੀ ਹੈ, ਪਰ ਗੁਰਬਾਣੀ ਕਹਿੰਦੀ ਹੈ ਕਿ ਬ੍ਰਹਮ ਦੇ ਵਿੱਚੋਂ ਮਾਇਆ ਨਿਕਲੀ ਹੈ ਤੇ ਮਾਇਆ ਦੇ ਵਿੱਚ ਬ੍ਰਹਮ ਜਿਹੜਾ ਆਪ ਬੈਠਾ ਹੋਇਆ ਤੇ ਮਾਇਆ ਨੂੰ ਚਲਾ ਰਿਹਾ ਹੈ ਸਾਰਾ ਕੁਝ। ਉਹ ਬ੍ਰਹਮ ਜਿਹੜਾ ਪਰਮੇਸ਼ਰ ਆਪ ਚਲਾ ਰਿਹਾ ਤੇ ਮਾਇਆ ਖਤਮ ਹੋ ਜਾਣੀ ਹੈ, ਪਰ ਬ੍ਰਹਮ ਖਤਮ ਨਹੀਂ ਹੋਣਾ। ਉਹਦੀ ਉਦਾਹਰਨ ਦਿੱਤੀ ਹੈ ਨਾ ਸਤਿਗੁਰਾਂ ਨੇ, ਕਿ ਜਿਵੇਂ ਘੜੇ ਹੋਣ ਪਾਣੀ ਦੇ ਭਰੇ ਹੋਏ, ਉਹਨਾਂ ਦੇ ਵਿੱਚ ਚੰਦਰਮਾ ਦਿਖੇ, ਉਹ ਇੰਝ ਲੱਗਦਾ ਪਤਾ ਨਹੀਂ ਕਿੰਨੇ ਕੁ ਚੰਦਰਮਾ ਹੋਣ, ਤੇ ਪਰ ਜਦੋਂ ਉਹ ਘੜੇ ਤੋੜ ਦਿੱਤੇ ਜਾਣ ਫਿਰ ਕੀ ਹੋ ਜਾਂਦਾ ਹੈ ਕਿ ਚੰਦਰਮਾ ਇੱਕੋ ਰਹਿ ਜਾਂਦਾ। ਇਸੇ ਤਰ੍ਹਾਂ ਇਹ ਜਿਹੜੀ ਮਾਇਆ ਰੂਪੀ ਘੜੇ ਭਰੇ ਹੋਏ ਆ, ਕੋਈ ਕਿਸੇ ਤਰ੍ਹਾਂ ਦਾ ਆਪਾਂ ਨੂੰ ਦਿਖਦਾ, ਕੋਈ ਕਿਸੇ ਤਰ੍ਹਾਂ ਦਾ, ਇਹ ਮਾਇਆ ਸਾਰੀ। ਫਿਰ ਜਦੋਂ ਇਹ ਸਾਰਾ ਕੁਝ ਖਤਮ ਹੋ ਜਾਏਗਾ, ਫਿਰ ਕੌਣ ਰਹਿ ਜਾਏਗਾ? ਬ੍ਰਹਮ, ਵਾਹਿਗੁਰੂ, ਅਕਾਲ ਪੁਰਖ। ਇਸ ਕਰਕੇ ਗੁਰਬਾਣੀ ਨੇ ਇਹ ਗੱਲ ਇਸ ਤਰੀਕੇ ਦੇ ਨਾਲ ਸਿੱਧ ਕੀਤੀ ਹੈ ਕਿ ਹਾਂ, ਬ੍ਰਹਮ ਮਾਇਆ ਦੇ ਵਿੱਚ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਬ੍ਰਹਮ ਮਾਇਆ ਦੇ ਨਾਲ ਮਾਇਆ ਤੋਂ ਨਿਰਲੇਪ ਵੀ ਹੈ। ਇਹ ਨਹੀਂ ਕਿ ਬ੍ਰਹਮ ਜਿਹੜਾ ਮਾਇਆ ਦੇ ਵਿੱਚ ਆ ਗਿਆ, ਪਰ ਇੱਥੇ ਗੱਲ ਇਹਨੇ ਇਹ ਕਹੀ ਕਿ ਬ੍ਰਹਮ ਵੀ ਤੇ ਮਾਇਆ ਵੀ ਇੱਕੋ ਗੱਲ ਹੈ। ਇਹ ਥੋੜੀ ਜਿਹੀ ਸਾਧ ਸੰਗਤ ਆਪ ਜੀ ਨੇ ਵਿਚਾਰ ਧਿਆਨ 'ਚ ਰੱਖਣੀ ਕਿ ਜੈਮਿਨ ਰਿਖੀ ਨੇ ਇਹ ਗੱਲ ਕਹਿ ਦਿੱਤੀ ਕਿ ਭਰਮ ਵਰਤਨ ਜਗਤ ਕੀ, ਜਗਤ ਦੀ ਜਿੰਨੀ ਵੀ ਘਾਲਣਾ ਸੀ, ਜਿੰਨੀ ਵੀ ਵਰਤਨ ਜਗਤ ਦੀ ਹੋ ਗਈ, ਉਹ ਇਸ ਤਰ੍ਹਾਂ ਹੋ ਗਈ ਕਿ ਸਾਰਾ ਜਿਹੜਾ ਸੰਸਾਰ ਸੀ ਉਹ ਭਰਮ ਦੇ ਵਿੱਚ ਭੁੱਲ ਗਿਆ। ਹਰ ਕੋਈ ਕਰਮਕਾਂਡ ਕਰਨ ਲੱਗ ਪਿਆ, ਹਰ ਕਿਸੇ ਨੂੰ ਇਹ ਲੱਗਾ ਕਿ ਮਾਇਆ ਹੀ ਬ੍ਰਹਮ ਹੈ, ਇਸ ਕਰਕੇ ਕਰਮਕਾਂਡ ਕਰੋ ਤੇ ਆਪਣੇ ਆਪ ਦੇ ਕਰਮ ਚੰਗੇ ਕਰੋ ਤੇ ਫਿਰ ਬ੍ਰਹਮ ਦੇ ਵਿੱਚ ਲੀਨ ਹੋ ਜਾਓ। ਫਿਰ ਉਸ ਤੋਂ ਬਾਅਦ ਅੱਗੇ ਕਹਿੰਦੇ ਆ, ਜਜੁਰ ਵੇਦ ਕੋ ਮਥਨ ਕਰ, ਤਤ ਬ੍ਰਹਮ ਵਿੱਚ ਭਰਮ ਕਹਾਵੈ। ਭਾਈ ਗੁਰਦਾਸ ਜੀ ਕਹਿੰਦੇ ਫਿਰ ਜਜੁਰ ਵੇਦ ਨੂੰ ਇਹਨੇ ਮਥਨ ਕੀਤਾ। ਮਥਨ ਕਰਨਾ ਸਾਧ ਸੰਗਤ ਘੋਟ ਕੇ, ਧਿਆਨ ਦੇ ਨਾਲ ਪੜ੍ਹ ਕੇ, ਜਿਵੇਂ ਕੋਈ ਕਿਸੇ ਗੁਰਬਾਣੀ ਦੀ ਪੰਕਤੀ ਨੂੰ ਆਪਾਂ ਧਿਆਨ ਨਾਲ ਪੜ੍ਹ ਕੇ ਫਿਰ ਉਹਦੀ ਵਿਆਖਿਆ ਕਰਦੇ ਨਾ, ਉਹਨੂੰ ਮਥਨਾ ਕਹਿੰਦੇ ਆ। ਵਾਰ-ਵਾਰ ਧਿਆਨ ਨਾਲ ਪੜ੍ਹ ਕੇ ਉਹਦੇ ਅਰਥ ਚੰਗੀ ਤਰ੍ਹਾਂ ਸਮਝਣੇ। ਕਹਿੰਦੇ ਜਜੁਰਵੇਦ ਕੋ ਮਥਨ ਕਰ, ਚੰਗੀ ਤਰ੍ਹਾਂ ਜਜੁਰਵੇਦ ਨੂੰ ਮਥਨ ਕਰਕੇ ਫਿਰ ਹੋਇਆ ਕਿ ਤਤ ਬ੍ਰਹਮ ਵਿੱਚ ਭਰਮ ਭੁਲਾਵੇ, ਕਹਿੰਦੇ ਭਰਮ ਕਹਾਵੇ। ਫਿਰ ਉਹਨੇ ਕਿਹਾ ਜਜੁਰਵੇਦ ਨੂੰ ਘੋਟ ਕੇ ਵਿਚਾਰ ਕੇ ਕਿ ਸਾਰੇ ਬ੍ਰਹਮ ਵਿਖੇ ਭਰਮ ਪਾ ਦਿੱਤਾ, ਧਰਮ ਤੇ ਕਰਮ ਦਾ ਇੱਕ ਸੰਬੰਧ ਬਣਾ ਦਿੱਤਾ। ਉਹਨੇ ਕਿਹਾ ਕਰਮ ਹੀ ਧਰਮ ਹੈ, ਇਹ ਗੱਲ ਕਹਿ ਦਿੱਤੀ। ਭਾਵ ਜਿਹੜੇ ਅਸੀਂ ਕਰਮ ਕਰਾਂਗੇ ਉਹਦੇ ਅਨੁਸਾਰ ਹੀ ਸਾਡਾ ਧਰਮ ਹੈ। ਇਹ ਗੱਲ ਜਾਮਨ ਰਿਖੀ ਨੇ ਕਹਿ ਦਿੱਤੀ ਜਜੁਰਵੇਦ ਨੂੰ ਫੋਲ ਕੇ, ਕਿ ਮਨੁੱਖ ਦਾ ਹੋਰ ਕੋਈ ਧਰਮ ਨਹੀਂ ਹੈ, ਬਸ ਉਹਦੇ ਕਰਮ ਹੀ ਧਰਮ ਹਨ। ਜਿਹੜਾ ਮਨੁੱਖ ਕਰਮ ਕਰਦਾ ਹੈ, ਜੇ ਉਹ ਚੰਗਾ ਕਰਮ ਕਰੇਗਾ ਉਹਦੇ ਚੰਗਾ ਧਰਮ ਹੀ ਹੈ, ਜੇ ਮਾੜਾ ਕਰਮ ਕਰੇਗਾ ਉਹ ਮਾੜਾ ਧਰਮ ਹੀ ਹੈ। ਇਸ ਕਰਕੇ ਉਹਨੇ ਭਰਮ ਕਹਾਵੇ ਇੱਕ ਭਰਮ ਦੇ ਵਿੱਚ ਪਾ ਦਿੱਤਾ, ਤਤ ਬ੍ਰਹਮ ਵਿੱਚ ਭਰਮ ਕਹਾਵੇ। ਇਹਨੇ ਫਿਰ ਲੋਕਾਂ ਨੂੰ, ਸੰਸਾਰ ਦੇ ਲੋਕਾਂ ਨੂੰ ਜਜੁਰਵੇਦ ਨੂੰ ਮਥਨ ਕਰਕੇ ਕਿਹਾ ਕਿ ਸਾਰਾ ਕੁਝ ਜਿਹੜਾ ਆ ਉਹ ਬ੍ਰਹਮ ਮਾਇਆ ਦੇ ਵਿੱਚ ਹੈ ਤੇ ਮਾਇਆ ਹੀ ਧਰਮ ਹੈ। ਜਿਹੜਾ ਮਨੁੱਖ ਮਾਇਆ ਨੂੰ ਨਿਰਲੇਪ ਹੋ ਗਿਆ, ਜਿਹੜਾ ਮਨੁੱਖ ਕਰਮਾਂ ਕਰਕੇ ਪਵਿੱਤਰ ਹੋ ਗਿਆ, ਉਹ ਪਰਮੇਸ਼ਰ 'ਚ ਵਲੀਨ ਹੋ ਗਿਆ। ਇਹ ਗੱਲ ਉਹਨੇ ਜਾਮਨ ਰਿਖੀ ਨੇ ਕਹਿ ਦਿੱਤੀ। ਕਰਮ ਦ੍ਰਿੜਾਏ ਜਗਤ ਵਿੱਚ, ਕਰਮ ਬੰਦ ਕਰ ਆਵੇ ਜਾਏ। ਉਹਨੇ ਫਿਰ ਕਿਹਾ ਕਿ ਜਗਤ ਦੇ ਵਿੱਚ ਕਰਮਾਂ ਦਾ ਉਪਦੇਸ਼ ਉਹਨੇ ਦਿੱਤਾ, ਕਰਮਾਂ ਦਾ ਹੀ ਜਗਤ ਸਾਰਾ ਬਣਿਆ ਹੈ। ਜਾਮਨ ਰਿਖੀ ਨੇ ਕਿਹਾ ਕਰਮ ਦ੍ਰਿੜਾਏ ਜਗਤ ਵਿੱਚ,
ਕਰਮ ਬੰਦ ਕਰ ਆਵੇ ਜਾਏ। ਉਹਨੇ ਕਿਹਾ ਕਰਮਾਂ ਦਾ ਕਰਕੇ ਕੋਈ ਆਉਂਦਾ ਹੈ ਤੇ ਕੋਈ ਇਸ ਸੰਸਾਰ ਤੋਂ ਜਾਂਦਾ ਹੈ। ਭਾਈ ਚੰਗੇ ਕਰਮ ਕਰੋਗੇ ਤੇ ਪਰਮੇਸ਼ਰ ਦਾ ਦਰ ਮਿਲੇਗਾ, ਜੇ ਮਾੜੇ ਕਰਮ ਕਰੋਗੇ ਤੇ ਵਾਰ-ਵਾਰ ਆਉਣਾ ਜਾਣਾ ਬਣਿਆ ਰਹੇਗਾ। ਇਹ ਗੱਲ ਇੱਥੋਂ ਤੱਕ ਜੈਮਿਨ ਰਿਖੀ ਨੇ ਜਿਹੜੀ ਹੈ ਉਹ ਕੀਤੀ ਹੈ। ਇੱਥੋਂ ਤੱਕ ਜੈਮਿਨ ਰਿਖੀ ਦੀ ਗੱਲ ਭਾਈ ਸਾਹਿਬ ਨੇ ਦੱਸੀ ਹੈ। ਪਰ ਅਗਲਾ ਗੁਰਮਤਿ ਦਾ ਉਪਦੇਸ਼ ਦਿੱਤਾ ਸਾਨੂੰ ਅਖੀਰ ਦੀ ਪੰਕਤੀ 'ਚ। ਉਹ ਕਿਹੜਾ ਉਪਦੇਸ਼ ਹੈ? ਸਤਿਗੁਰ ਬਿਨਾ ਨਾ ਸਹਿਸਾ ਜਾਵੇ। ਇੱਥੇ ਗੱਲ ਕੀਤੀ ਸਹਿਸਾ ਮਨੋਂ ਨਾ ਚੁੱਕਈ। ਹੁਣ ਜੈਮਿਨ ਰਿਖੀ ਨੇ ਇਹ ਲਿਖ ਦਿੱਤਾ ਮੀਮਾਂਸਾ ਸ਼ਾਸਤਰ, ਪਰ ਸਹਿਸਾ ਤੇ ਲੋਕਾਂ ਦੇ ਮਨਾਂ 'ਚ ਚੁੱਕਿਆ ਨਹੀਂ ਨਾ। ਲੋਕਾਂ ਦੇ ਮਨ ਜਿਹੜੇ ਸਨ ਉਹਨਾਂ ਦੇ ਵਿੱਚ ਹੋਰ ਡਰ ਪੈ ਗਿਆ ਕਿ ਜੇ ਅਸੀਂ ਚੰਗੇ ਕਰਮ ਕਰਾਂਗੇ ਫਿਰ ਸਵਰਗਾਂ ਨੂੰ ਜਾਵਾਂਗੇ, ਜੇ ਮਾੜੇ ਕਰਾਂਗੇ ਤੇ ਸਾਨੂੰ ਭਰਮ ਦੇ ਵਿੱਚ ਅਸੀਂ ਭੁੱਲ ਜਾਵਾਂਗੇ। ਇਸ ਤਰ੍ਹਾਂ ਉਹਨਾਂ ਨੂੰ ਸਹਿਸਾ ਜਿਹੜਾ ਸੀ ਹੋਰ ਵਾਪਰਨ ਲੱਗ ਪਿਆ, ਹੋਰ ਉਹਨਾਂ ਦਾ ਮਨ ਖਰਾਬ ਹੋਇਆ, ਹੋਰ ਉਹ ਇਹਨਾਂ ਕਰਮਾਂ ਦੇ ਵਿੱਚ ਲੱਗ ਗਏ। ਤੇ ਫਿਰ ਮਹਾਰਾਜ ਕਹਿੰਦੇ ਫਿਰ ਸਹਿਸਾ ਖਤਮ ਕਿਵੇਂ ਹੋਵੇ? ਭਾਈ ਗੁਰਦਾਸ ਜੀ ਕਹਿੰਦੇ ਆ ਫਿਰ ਸਹਿਸਾ ਖਤਮ ਕਿਵੇਂ ਹੋਵੇ? ਤੇ ਫਿਰ ਭਾਈ ਗੁਰਦਾਸ ਜੀ ਨੇ ਅਖੀਰ ਤੇ ਗੱਲ ਕਹੀ ਹੈ, ਸਤਿਗੁਰੂ ਬਿਨਾ ਨਾ ਸਹਿਸਾ ਜਾਵੇ। ਭਾਈ ਸਿੱਖੋ, ਸਤਿਗੁਰੂ ਬਿਨਾ ਸਹਿਸਾ ਨਹੀਂ ਜਾਣਾ। ਸੰਸਾਰ ਜਿਹੜਾ ਉਹ ਖਤਮ ਨਹੀਂ ਹੋਣਾ ਸਤਿਗੁਰੂ ਤੋਂ ਬਿਨਾ। ਭਾਵੇਂ ਜਿੰਨੇ ਮਰਜ਼ੀ ਕਰਮ ਕਰੀ ਜਾਓ, ਭਾਵੇਂ ਸੰਸਾਰ ਦੇ ਜਿੰਨੇ ਮਰਜ਼ੀ ਖੱਟ ਕਰਮ ਕਰ ਲਓ, ਜੋ ਮਰਜ਼ੀ ਕਰ ਲਓ, ਪਰ ਸਤਿਗੁਰੂ ਐਸਾ ਹੈ, ਇੱਕ ਨਜ਼ਰ ਸਤਿਗੁਰੂ ਦੀ ਹੁੰਦੀ ਹੈ। ਉਸ ਇੱਕ ਨਜ਼ਰ ਦੇ ਵਿੱਚ ਸਾਰੇ ਕਰਮ ਨਾਸ਼ ਕਰਕੇ ਮਨੁੱਖ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਾ ਦਿੰਦਾ। ਇੰਨਾ ਵੱਡਾ ਹੈ ਸਤਿਗੁਰੂ। ਕਿਉਂਕਿ ਵੇਖਦੇ ਆ ਨਾ ਸੰਸਾਰ ਤੇ ਅਸੀਂ ਕਿੰਨੇ ਐਸੇ ਹੋਏ ਹੋਣਗੇ ਸਾਧ ਸੰਗਤ ਜਿਹੜੇ ਸਤਿਗੁਰਾਂ ਦੇ ਸਮੇਂ ਦੇ ਵਿੱਚ ਵੀ ਹੁਣ ਵੀ ਖੈਰ ਹਨ, ਜਿਹੜੇ ਵਿਕਾਰਾਂ ਦੇ ਵਿੱਚ ਲੱਗੇ ਹੁੰਦੇ ਆ, ਪਰ ਗੁਰੂ ਐਸੀ ਕਿਰਪਾ ਕਰਦਾ, ਇੱਕ ਨਜ਼ਰ ਐਸੀ ਮਿਹਰ ਦੀ ਮਾਰਦਾ ਹੈ ਕਿ ਉਹ ਮਨੁੱਖ ਸਤ ਸੰਗੀ ਬਣ ਜਾਂਦਾ ਹੈ, ਨਾਮ ਜਪਣ ਵਾਲਾ ਬਣ ਜਾਂਦਾ ਹੈ। ਉਹਦੇ ਮਨ 'ਚੋਂ ਕਰਮ ਖਤਮ ਹੀ ਹੋ ਜਾਂਦੇ, ਫਿਰ ਉਹ ਕਰਮਾਂ ਵੱਲ ਜਾਂਦਾ ਹੀ ਨਹੀਂ। ਫਿਰ ਉਹ ਕਹਿੰਦਾ ਜੋ ਚੰਗਾ ਕਰਵਾਉਣਾ ਪਰਮੇਸ਼ਰ ਵਾਹਿਗੁਰੂ ਉਹ ਵੀ ਤੂੰ ਹੀ ਕਰਾਉਣਾ ਹੈ, ਤੇ ਜੋ ਮਾੜਾ ਕਰਾਉਣਾ ਉਹ ਵੀ ਤੂੰ ਕਰਾਉਣਾ ਹੈ। ਫਿਰ ਕਿਹੜੀ ਗੱਲ ਹੈ ਮਹਾਰਾਜ, ਤੂੰ ਉਹ ਲੈ ਕੇ ਚੱਲ। ਫਿਰ ਉਹ ਆਪਣੇ ਆਪ ਹੀ ਮਾੜੇ ਕਰਮਾਂ ਵੱਲੋਂ ਹਟ ਜਾਂਦੇ ਆ, ਪਰ ਉਹ ਇਸ ਡਰ ਦੇ ਨਾਲ ਨਹੀਂ ਹਟਦੇ, ਪਿਆਰ ਦੇ ਨਾਲ ਹਟਦੇ ਆ। ਸਾਧ ਸੰਗਤ ਦੋ ਤਰੀਕੇ ਹੁੰਦੇ ਆ, ਇੱਕ ਹੁੰਦਾ ਡਰ ਤੇ ਦੂਸਰਾ ਹੁੰਦਾ ਆ ਪਿਆਰ। ਇੱਕ ਪਿਆਰ ਤੇ ਇੱਕ ਡਰ। ਇੱਕ ਕਰਮ ਮਾੜੇ ਕਰਮ ਛੱਡਣੇ ਪਿਆਰ ਦੇ ਨਾਲ, ਇੱਕ ਮਾੜੇ ਕਰਮ ਛੱਡਣੇ ਡਰ ਦੇ ਨਾਲ। ਤੇ ਡਰ ਦੇ ਨਾਲ ਛੱਡਣੇ ਕਰਮ ਜਿਹੜੇ ਆ ਉਹ ਫਿਰ ਮਨੁੱਖ ਕਿਤੇ ਡਰ ਮਨੁੱਖ ਦੇ ਮਨ 'ਚ ਨਿਕਲ ਜਾਂਦਾ ਤੇ ਫਿਰ ਉਹ ਮਾੜੇ ਕਰਮ ਕਰਨ ਲੱਗ ਜਾਂਦਾ। ਪਰ ਜਿਹੜਾ ਪਿਆਰ ਦੇ ਨਾਲ ਅਸੀਂ ਕਰਮ ਛੱਡਦੇ ਆ ਨਾ ਮਾੜੇ, ਉਹਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਨਾਲ ਸਾਡੀ ਗੁਰੂ ਨਾਲ ਪ੍ਰੀਤ ਵੱਧਦੀ ਹੈ। ਇਹ ਘਟਨਾ ਯਾਦ ਆ ਗਈ, ਭਾਵੇਂ ਕਿ ਇਸਲਾਮ ਧਰਮ ਦੀ ਘਟਨਾ ਹੈ, ਮੀਮਾਂਸਾ ਸ਼ਾਸਤਰ ਕਰਮਾਂ ਦੀ ਗੱਲ ਨਾਲ ਕਾਫੀ ਜੁੜਦੀ ਹੈ। ਇੱਕ ਰਾਬੀਆ ਹੋਈ ਹੈ ਸਾਧ ਸੰਗਤ, ਇਸਲਾਮ ਧਰਮ ਦੇ ਵਿੱਚ ਰਾਬੀਆ। ਤੇ ਇਹ ਰਾਬੀਆ ਪਰਮੇਸ਼ਰ ਨੂੰ ਪਾਉਣ ਵਾਲੀ ਬੜੀ ਭਗਤ ਹੋਈ ਹੈ, ਪਰਮੇਸ਼ਰ ਦੀ, ਵਾਹਿਗੁਰੂ ਦੀ, ਅੱਲਾ ਦੀ। ਇਹਨੇ ਬੜਾ ਉਹਨੂੰ ਅੱਲਾ ਨੂੰ ਯਾਦ ਕੀਤਾ। ਬੜਾ ਇਹਨਾਂ ਦੇ ਬਾਰੇ ਇਸਲਾਮੀ ਗ੍ਰੰਥਾਂ ਦੇ ਵਿੱਚ ਬਹੁਤ ਕੁਝ ਮਿਲਦਾ ਰਾਬੀਆ ਦੇ ਬਾਰੇ। ਜੇ ਕਿਤੇ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ ਜ਼ਰੂਰ ਪੜ੍ਹਿਓ ਰਾਬੀਆ ਨੂੰ। ਸਾਧ ਸੰਗਤ ਇਹਨਾਂ ਦੇ ਜੀਵਨ ਦੀ ਘਟਨਾ ਆਉਂਦੀ ਹੈ। ਇਹ ਕਹਿੰਦੇ ਇੱਕ ਦਿਨ ਇਹਨਾਂ ਨੇ ਨਾ ਇੱਕ ਹੱਥ ਦੇ ਵਿੱਚ ਅੱਗ ਫੜੀ ਹੈ, ਚੋ ਜਿਹਨੂੰ ਕਹਿੰਦੇ ਨਾ, ਅੱਧੀ ਅੱਗ ਮੱਚੀ ਹੋਵੇ ਲੱਕੜ ਦੀ, ਉਹ ਫੜੀ ਆ। ਇੱਕ ਹੱਥ ਦੇ ਵਿੱਚ ਪਾਣੀ ਦੀ ਬਾਲਟੀ ਫੜੀ ਆ, ਦੋਵਾਂ ਹੱਥਾਂ ਦੇ ਵਿੱਚ ਫੜ ਕੇ ਤੇ ਬਾਹਰ ਨੂੰ ਚੱਲ ਪਈ। ਜਦੋਂ ਬਾਹਰ ਨੂੰ ਚੱਲ ਪਈ ਤੇ ਰਸਤੇ 'ਚ ਕਿਸੇ ਨੇ ਰੋਕਿਆ, ਕਹਿੰਦੀ ਬੀਬੀ ਜੀ ਕਿੱਧਰ ਚੱਲੇ ਹੋ ਤੁਸੀਂ? ਇੰਨਾ ਗੁੱਸੇ ਵਿੱਚ, ਇੱਕ ਹੱਥ ਤੁਸੀਂ ਅੱਗ ਫੜੀ ਆ, ਇੱਕ ਹੱਥ 'ਚ ਪਾਣੀ ਦੀ ਬਾਲਟੀ ਫੜੀ, ਕਿੱਥੇ ਚੱਲੇ ਹੋ? ਉਹ ਕਹਿੰਦੀ ਮੈਂ ਨਾ ਇਸ ਅੱਗ ਦੇ ਨਾਲ ਮੈਂ ਸਵਰਗਾਂ ਨੂੰ ਸਾੜਨ ਚੱਲੀ ਆ, ਤੇ ਆ ਜਿਹੜਾ ਪਾਣੀ ਆ ਇਹਦੇ ਨਾਲ ਮੈਂ ਨਰਕਾਂ ਦੀ ਅੱਗ ਬੁਝਾਉਣ ਚੱਲੀ ਆ। ਫਿਰ ਆਪ ਜੀ ਨੇ ਧਿਆਨ ਦੇਣਾ, ਕਿਸੇ ਨੇ ਪੁੱਛਿਆ ਕਿ ਬੀਬੀ ਰਾਬੀਆ, ਤੂੰ ਇੱਕ ਹੱਥ 'ਚ ਬਾਲਟੀ ਪਾਣੀ ਦੀ ਫੜੀ ਆ, ਦੂਸਰੇ ਹੱਥ 'ਚ ਚੋ ਫੜਿਆ ਅੱਗ ਵਾਲਾ, ਇਹ ਕਿੱਥੇ ਚੱਲੀ ਆ ਤੂੰ? ਉਹ ਕਹਿੰਦੀ ਆ ਇਸ ਅੱਗ ਦੇ ਨਾਲ ਮੈਂ ਸਵਰਗਾਂ ਨੂੰ ਸਾੜਨ ਚੱਲੀ ਆ। ਵਹਿਸ਼ਤ ਕਹਿੰਦੇ ਇਹਨਾਂ ਦੇ ਵਿੱਚ, ਵਹਿਸ਼ਤ ਸਵਰਗ ਨੂੰ। ਕਹਿੰਦੀ ਕਿ ਮੈਂ ਵਹਿਸ਼ਤ ਨੂੰ ਸਾੜਨ ਚੱਲੀ ਆ, ਸਵਰਗਾਂ ਨੂੰ, ਤੇ ਦੂਸਰੀ ਅੱਗ ਜਿਹੜੀ ਹੈ ਪਾਣੀ ਦੀ ਬਾਲਟੀ ਦੇ ਨਾਲ ਮੈਂ ਨਰਕਾਂ ਦੀ ਅੱਗ ਬੁਝਾਉਣ ਚੱਲੀ ਆ। ਤੇ ਉਹ ਸਿਆਣੇ ਪੁਰਸ਼ ਨੇ ਪੁੱਛ ਲਿਆ, ਕਹਿੰਦਾ ਬੀਬੀ ਗੱਲ ਕੀ ਹੋਈ, ਮੈਨੂੰ ਗੱਲ ਤੇ ਦੱਸ, ਤੈਨੂੰ ਹੋਇਆ ਕੀ? ਉਹ ਕਹਿੰਦੀ ਕੋਈ ਵੀ ਜਿਹੜਾ ਵੀ ਮੇਰੇ ਕੋਲ ਆਉਂਦਾ ਨਾ, ਹੁਣ ਬੜੀ ਸਾਧੂ ਸੰਤ ਸੀ, ਹਰ ਕੋਈ ਇਹਦੇ ਕੋਲ ਆਉਂਦਾ ਸੀ। ਉਹ ਕਹਿੰਦੀ ਜਿਹੜਾ ਮੇਰੇ ਕੋਲ ਆਉਂਦਾ ਉਹ ਇਹੀ ਗੱਲ ਪੁੱਛਦਾ ਕਿ ਜੇ ਮੈਂ ਮਾੜੇ ਕਰਮ ਕਰਾਂਗਾ ਤੇ ਮੈਨੂੰ ਸਵਰਗ ਮਿਲੂਗਾ ਕਿ ਨਰਕ ਮਿਲੂਗਾ। ਕਹਿੰਦੀ ਜਿਹੜਾ ਮੇਰੇ ਕੋਲ ਆਉਂਦਾ ਇਹੋ ਗੱਲ ਮੈਨੂੰ ਪੁੱਛਦਾ ਕਿ ਜੇ ਮੈਂ ਚੰਗੇ ਕਰਮ ਕਰਾਂਗਾ ਮੈਨੂੰ ਸਵਰਗ ਕਿਵੇਂ ਦਾ ਹੁੰਦਾ, ਸਵਰਗ 'ਚ ਕੀ ਕੁਝ ਮਿਲੂਗਾ, ਕਿਉਂਕਿ ਇਹਨਾਂ ਦੇ ਵਿੱਚ ਕਈ ਹੂਰਾਂ ਮੰਨੀਆਂ ਗਈਆਂ ਸਵਰਗ ਦੇ ਵਿੱਚ। ਇਹ ਕਹਿੰਦੀ ਮੇਰੇ ਕੋਲ ਜਾਂ ਤੇ ਜੇ ਕੋਈ ਆਉਂਦਾ ਹੈ ਉਹ ਇਹ ਪੁੱਛਦਾ ਕਿ ਸਵਰਗਾਂ ਬਾਰੇ ਦੱਸ, ਸਵਰਗ ਕਿਵੇਂ ਦੇ ਆ, ਤੇ ਜਾਂ ਕੋਈ ਆਉਂਦਾ ਮੈਨੂੰ ਇਹ ਪੁੱਛਦਾ ਹੈ ਕਿ ਮੈਨੂੰ ਨਰਕਾਂ ਬਾਰੇ ਦੱਸ, ਨਰਕਾਂ ਦੀ ਅੱਗ ਕਿਵੇਂ ਦੀ ਹੈ।
ਤੇ ਮੈਨੂੰ ਅੱਜ ਤੱਕ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਪਰਮੇਸ਼ਰ ਨਾਲ ਪਿਆਰ ਕਿਵੇਂ ਪਾਇਆ ਜਾਂਦਾ। ਅੱਜ ਤੱਕ ਨਹੀਂ ਕਹਿੰਦੀ ਕਿਸੇ ਨੇ ਪੁੱਛਿਆ। ਜਿਹੜਾ ਆਉਂਦਾ ਇਹ ਪੁੱਛਦਾ ਨਰਕਾਂ 'ਚ ਜਾਵਾਂਗੇ ਕੀ ਹੋਵੇਗਾ, ਸਵਰਗਾਂ 'ਚ ਜਾਵਾਂਗੇ ਕੀ ਹੋਵੇਗਾ। ਕਹਿੰਦੀ ਮੇਰੇ ਤੋਂ ਅੱਜ ਤੱਕ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਜੇ ਪਰਮੇਸ਼ਰ ਦੇ ਨਾਲ ਪਿਆਰ ਪਾਵਾਂਗੇ ਤੇ ਕੀ ਹੋਵੇਗਾ। ਕਹਿੰਦੀ ਤਾਂ ਕਰਕੇ ਮੈਂ ਇੱਕ ਹੱਥ 'ਚ ਬਾਲਟੀ ਫੜੀ ਆ ਕਿ ਭਲਿਓ ਮੈਂ ਤੇ ਨਰਕਾਂ ਦੀ ਅੱਗ ਬੁਝਾ ਦੇਵਾਂ, ਤੇ ਦੂਸਰੀ ਜਿਹੜਾ ਚੋ ਫੜਿਆ ਉਹਦੇ ਨਾਲ ਮੈਂ ਸਵਰਗਾਂ ਨੂੰ ਸਾੜ ਕੇ ਸੁੱਟ ਦੇਵਾਂ। ਮੇਰੇ ਨਾਲ ਕੋਈ ਆ ਕੇ ਰੱਬ ਦੀ ਗੱਲ ਤੇ ਕਰੋ, ਗੁਰੂ ਪਰਮੇਸ਼ਰ ਦੇ ਅੱਲਾ ਦੇ ਪਿਆਰ ਦੀ ਗੱਲ ਤੇ ਮੇਰੇ ਨਾਲ ਕਰੋ। ਉਹਦੇ ਪਿਆਰ ਦੀ ਗੱਲ ਤਾਂ ਤੁਸੀਂ ਮੇਰੇ ਨਾਲ ਕਰਦੇ ਨਹੀਂ, ਤੁਸੀਂ ਸਵਰਗਾਂ ਤੇ ਨਰਕਾਂ ਦਾ ਡਰ ਲੈ ਕੇ ਤੁਰੇ ਫਿਰਦੇ ਹੋ। ਸੋ ਇਸੇ ਤਰ੍ਹਾਂ ਸਾਧ ਸੰਗਤ ਭਾਈ ਗੁਰਦਾਸ ਜੀ ਨੇ ਅੱਜ ਇਸ ਪੂਰੀ ਜਿਹੜਾ ਆ 10ਵੀਂ ਪੌੜੀ ਹੈ ਨਾ, ਇਹਦੇ ਵਿੱਚ ਇਹੀ ਗੱਲ ਸਮਝਾਈ ਆ ਕਿ ਸਹਿਸਾ ਮਨੋ ਨਾ ਚੁੱਕਈ। ਸਹਿਸਾ ਕਿਵੇਂ ਖਤਮ ਹੁੰਦਾ? ਜਦੋਂ ਕਰਮਾਂ ਦਾ ਡਰ ਹੀ ਦੇ ਦਿੱਤਾ। ਜਦੋਂ ਕਿਸੇ ਨੂੰ ਕਹਿ ਦਈਏ ਕਿ ਭਾਈ ਤੇਰੇ ਕਰਮ ਮਾੜੇ ਆ, ਤੂੰ ਮਾੜੇ ਕਰਮ ਕਰਦਾ, ਤੂੰ ਚੰਗਾ ਹੋ ਹੀ ਨਹੀਂ ਸਕਦਾ, ਤੇ ਉਹ ਫਿਰ ਕੀ ਹੁੰਦਾ ਹੈ ਕਿ ਸਾਧ ਸੰਗਤ ਉਹ ਕਹਿੰਦਾ ਮੈਂ ਕਿਹੜਾ ਸੁਧਰਨਾ, ਉਹ ਫਿਰ ਹੋਰ ਵਿਗੜ ਜਾਂਦਾ, ਉਹ ਫਿਰ ਛੱਡ ਦਿੰਦਾ। ਤੇ ਕੁਝ ਐਸੇ ਹੁੰਦੇ ਆ ਜਿਹੜੇ ਚੰਗੇ ਕਰਮ ਕਰਦੇ ਹੁੰਦੇ ਆ, ਉਹਨੂੰ ਫਿਰ ਆਪਾਂ ਹੋਰ ਡਰ ਪਾ ਦਿੰਦੇ ਆ ਕਿ ਲੈ ਚੰਗੇ ਕਰਮ ਕਰੀ ਜਾ ਪਰ ਨਰਕ ਪੁੱਠੇ ਪਾਸੇ ਨਾ ਜਾਈਂ। ਉਹ ਫਿਰ ਨਫ਼ਰਤ ਕਰ ਲੈਂਦਾ ਦੂਸਰੀ ਦੁਨੀਆ ਦੇ ਨਾਲ। ਇਹ ਵੀ ਹੁੰਦਾ ਨਾ ਸੰਸਾਰ ਦੇ ਵਿੱਚ। ਤੇ ਜੇ ਕੋਈ ਦੂਸਰਾ ਹੋਵੇ ਜਿਹੜਾ ਮਾੜੇ ਕਰਮ ਕਰਦਾ, ਫਿਰ ਉਹਦੇ ਨਾਲ ਨਫ਼ਰਤ ਕਰਨ ਲੱਗ ਪੈਂਦਾ ਮਨੁੱਖ ਕਿ ਇਹ ਮਾੜੇ ਕਰਮਾਂ ਵਾਲਾ ਹੈ, ਇਹਦੇ ਨਾਲ ਨਫ਼ਰਤ ਫਿਰ ਕਰਨ ਲੱਗ ਪੈਂਦਾ। ਤੇ ਇਸੇ ਤਰ੍ਹਾਂ ਫਿਰ ਉਹ ਵੀ ਪਰਮੇਸ਼ਰ ਦੇ ਦਰ ਤੇ ਕਬੂਲ ਨਹੀਂ ਹੈਗਾ। ਤੇ ਇਸੇ ਤਰ੍ਹਾਂ ਫਿਰ ਸਹਿਸਾ ਮਨੋ ਨਾ ਚੁੱਕਈ। ਸਹਿਸਾ ਨਹੀਂ ਮਨੋ ਖਤਮ ਹੁੰਦਾ, ਡਰ ਹੋਰ ਵੱਧ ਜਾਂਦਾ ਹੈ, ਸੰਸਾ ਹੋਰ ਵੱਧ ਜਾਂਦਾ ਹੈ, ਹੋਰ ਡਰ ਲੱਗ ਜਾਂਦਾ ਕਿ ਪਤਾ ਨਹੀਂ ਮੈਂ ਸਵਰਗਾਂ ਨੂੰ ਜਾਵਾਂਗਾ, ਪਤਾ ਨਹੀਂ ਨਰਕ ਨਾ ਮਿਲ ਜਾਣ, ਪਤਾ ਨਹੀਂ ਇਹ ਜਿਹੜੀ ਦੇਹੀ ਹੈ ਪਵਿੱਤਰ ਹੋਣੀ ਹੈ ਕਿ ਨਹੀਂ ਹੋਣੀ। ਪਰ ਭਾਈ ਗੁਰਦਾਸ ਜੀ ਕਹਿੰਦੇ ਭਾਈ ਇਹ ਤਾਂ ਜੈਮਨ ਲਿਖੀ ਕਹਿੰਦਾ ਪਿਆ, ਪਰ ਤੁਸੀਂ ਗੁਰੂ ਨਾਨਕ ਦੀ ਸ਼ਰਨ ਚ ਆ ਜਾਓ। ਤੇ ਗੁਰੂ ਨਾਨਕ ਪਤਾ ਕੀ ਕਹਿੰਦਾ ਹੈ? ਸਤਿਗੁਰ ਬਿਨਾ ਨਾ ਸਹਿਸਾ ਜਾਵੇ। ਮਹਾਰਾਜ ਕਹਿੰਦੇ, ਗੁਰੂ ਨਾਨਕ ਕਹਿੰਦਾ ਆ ਤੂੰ ਮੇਰੇ ਕੋਲ, ਤੇਰੇ ਜਿੰਨੇ ਵੀ ਕਰਮ ਹਨ, ਜਨਮ ਮਰਨ ਦੁੱਖ ਜਾਏ, ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਤੂੰ ਗੱਲ ਕਿਹੜੀ ਕਰਦਾ? ਤੇਰੇ ਕਰਮਾਂ ਦੀ ਗੱਲ ਹੈ। ਤੇਰਾ ਤੇ ਅਸੀਂ ਜਨਮ ਮਰਨ ਦਾ ਮਾਰੇ ਕਹਿੰਦੇ ਦੁੱਖ ਕੱਟ ਦੇਵਾਂਗੇ, ਤੂੰ ਸਾਡੇ ਕੋਲ ਆ ਤੇ ਸਹੀ। ਸਤਿਗੁਰੂ ਬਿਨਾ ਨਾ ਸਹਿਸਾ ਜਾਵੇ। ਸਤਿਗੁਰੂ ਤੋਂ ਬਿਨਾ ਸਹਿਸਾ ਮਨੁੱਖ ਦਾ ਖਤਮ ਨਹੀਂ ਹੋ ਸਕਦਾ। ਇਹ ਭਾਈ ਗੁਰਦਾਸ ਜੀ ਨੇ ਅੱਜ ਦੀ ਇਸ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਆ। ਤੇ ਨਾਲ ਹੀ ਭਾਈ ਗੁਰਦਾਸ ਨੇ ਇਹ ਕਿਹਾ ਕਿ ਇਹ ਭਾਵੇਂ ਕਿ ਜੈਮਨ ਲਿਖੀ ਕਹਿੰਦਾ ਪਿਆ ਕਿ ਕਰਮਾਂ ਦੀ ਗੱਲ ਹੈ, ਕਰਮਾਂ ਤੇ ਹੀ ਨਿਬੜਨੀ ਹੈ, ਪਰ ਕਰਮ ਜਿਹੜੇ ਆ ਉਹ ਗੁਰੂ ਖਤਮ ਕਰ ਦਿੰਦਾ ਹੈ। ਗੁਰੂ ਦੇ ਕੋਲ ਆਉਣ ਦੀ ਦੇਰ ਹੁੰਦੀ ਹੈ। ਡੱਲੇ ਨੇ ਕਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ ਪੀੜੀ ਜਿੰਨੀ ਥਾਂ ਦੇ ਦਿਓ। ਮਹਾਰਾਜ ਕਹਿੰਦੇ ਪੀੜੀ ਜਿੰਨੀ ਥਾਂ ਨਹੀਂ ਮਿਲਣੀ, ਡੱਲਿਆ ਸੰਸਾਰ ਦੀ ਜਿਹੜੀ ਮਰਜ਼ੀ ਵਸਤੂ ਮੰਗ ਲੈ। ਮਹਾਰਾਜ ਕਹਿੰਦੇ ਨਹੀਂ, ਡੱਲਾ ਕਹਿੰਦਾ ਮਹਾਰਾਜ ਨਹੀਂ, ਦਰਗਾਹ 'ਚ ਪੀੜੀ ਜਿੰਨੀ ਥਾਂ ਚਾਹੀਦੀ ਹੈ। ਮਹਾਰਾਜ ਕਹਿੰਦੇ ਫਿਰ ਅੰਮ੍ਰਿਤਧਾਰੀ ਹੋ ਜਾ। ਅੰਮ੍ਰਿਤਧਾਰੀ ਹੋਇਆ ਤੇ ਸਾਧ ਸੰਗਤ ਰਾਤ ਸੁੱਤਾ ਪਿਆ ਤੇ ਪਤਾ ਨਹੀਂ ਕਿੰਨੀਆਂ ਕੁ ਸੁਪਨੇ ਆਏ, ਕਿਤੇ ਬਾਂਦਰ ਬਣਦਾ ਹੈ, ਕਿਤੇ ਕੁੱਤਾ ਬਣਦਾ ਹੈ, ਕਿਤੇ ਕੁਛ ਬਣਦਾ ਹੈ, ਕਿਤੇ ਕੁਛ ਬਣਦਾ ਹੈ। ਤੇ ਸਾਧ ਸੰਗਤ ਜਦੋਂ ਸਵੇਰੇ ਉੱਠਦਾ ਨਾ ਤੇ ਸਤਿਗੁਰਾਂ ਦੇ ਹਜ਼ੂਰ ਆਣ ਕੇ ਨਮਸਕਾਰ ਕਰਕੇ ਕਹਿੰਦਾ ਮਹਾਰਾਜ ਰਾਤੀ ਸੁਪਨਾ ਬੜਾ ਭੈੜਾ ਆਇਆ। ਮਹਾਰਾਜ ਕਹਿੰਦੇ ਹੋਇਆ ਕੀ? ਕਹਿੰਦੇ ਮਹਾਰਾਜ ਆਪ ਜੀ ਨੇ ਅੰਮ੍ਰਿਤ ਛਕਾਇਆ ਸੀ ਨਾ ਮੈਨੂੰ ਕੱਲ। ਮਹਾਰਾਜ ਕਹਿੰਦੇ ਹਾਂ ਭਾਈ ਤੈਨੂੰ ਅੰਮ੍ਰਿਤ ਛਕਾਇਆ ਸੀ, ਅੰਮ੍ਰਿਤ ਦੀ ਦਾਤ ਤੂੰ ਪ੍ਰਾਪਤ ਕੀਤੀ ਸੀ। ਕਹਿੰਦਾ ਮਹਾਰਾਜ ਤੁਸੀਂ ਮੈਨੂੰ ਅੰਮ੍ਰਿਤ ਛਕਾਇਆ ਸੀ, ਅੰਮ੍ਰਿਤ ਦੀ ਦਾਤ ਮੈਂ ਪ੍ਰਾਪਤ ਕੀਤੀ, ਪਰ ਮਹਾਰਾਜ ਐਸੀ ਗੱਲ ਹੋਈ ਰਾਤ ਜਦੋਂ ਬੀਤੀ ਨਾ, ਤੇ ਰਾਤ ਦੇ ਸਮੇਂ ਹੋਇਆ ਕਿ ਕਿਤੇ ਮੈਂ ਕੁੱਤਾ ਬਣਿਆ, ਕਿਤੇ ਬਾਂਦਰ ਬਣਿਆ, ਕਿਤੇ ਕੁਛ ਬਣਿਆ, ਕਿਤੇ ਕੁਛ ਬਣਿਆ। ਤੇ ਮਹਾਰਾਜ ਜੀ ਇਸੇ ਤਰ੍ਹਾਂ ਮੇਰੀ ਸਾਰੀ ਰਾਤ ਬਤੀਤ ਹੋ ਗਈ। ਤੇ ਸਤਿਗੁਰ ਕਹਿੰਦੇ ਬੜਾ ਭਲਾ ਆਇਆ, ਤੈਨੂੰ ਸੁਪਨੇ ਦੇ ਵਿੱਚ ਹੀ 84 ਕੱਟਤੀ ਅਸੀਂ ਤੇਰੀ। ਤੂੰ ਅੰਮ੍ਰਿਤ ਛਕਿਆ, ਤੇਰੀ ਅਸੀਂ 84 ਜਿਹੜੀ ਹੈ ਸੁਪਨੇ ਦੇ ਵਿੱਚ ਹੀ ਕੱਟ ਦਿੱਤੀ। ਡੱਲਿਆ ਤੈਨੂੰ ਨਹੀਂ ਤੇ ਇਹ ਜਿਹੜੇ 84 ਲੱਖ ਜੂਨਾਂ ਭੋਗਣੀਆਂ ਪੈਣੀਆਂ ਸੀ, ਇਹ ਵੇਖ ਲਾ। ਨਹੀਂ ਤੇ ਜਿੰਨੇ ਜਿਹੜੇ ਤੇਰੇ 84 ਲੱਖ ਜੂਨਾਂ ਦੇ ਕਰਮ ਸਨ, ਉਹ ਤੇਰੇ ਸੁਪਨੇ ਦੇ ਵਿੱਚ ਹੀ ਕੱਟ ਦਿੱਤੇ। ਗੁਰੂ ਐਸਾ ਹੁੰਦਾ ਹੈ, ਭੋਗਣੇ ਪੈਂਦੇ ਆ, ਹਰ ਕਿਸੇ ਨੂੰ ਭੋਗਣੇ ਪੈਂਦੇ ਆ, ਪਰ ਗੁਰੂ ਜਿਹੜਾ ਹੁੰਦਾ ਨਾ ਉਹ ਤਰੀਕੇ ਨਾਲ ਭੁਗਤਾ ਦਿੰਦਾ। ਦਾਸ ਨੇ ਇੱਕ ਵਾਰੀ ਸਾਂਝੀ ਕੀਤੀ ਸੀ ਨਾ ਸਾਖੀ ਨਾਰਦ ਮੁਨੀ ਦੀ। ਜਦੋਂ ਨਾਰਦ ਮੁਨੀ ਨੇ ਜਿਹੜਾ ਸੀ ਆਪਣੇ ਗੁਰੂ ਤੇ ਸ਼ੰਕਾ ਕਰ ਲਿਆ, ਜਦੋਂ ਇਹ ਕਥਾ ਸੁਣਾਉਣ ਜਾਂਦਾ ਸੀ ਇਹਦੀ ਮਿੱਟੀ ਬਾਹਰ ਸੁੱਟ ਦਿੰਦੇ ਸੀ। ਤੇ ਇਹਨੂੰ ਕਿਹਾ ਕਿ ਤੂੰ ਗੁਰੂ ਨਹੀਂ ਧਾਰਨ ਕੀਤਾ ਤਾਂ ਮਿੱਟੀ ਬਾਹਰ ਸੁੱਟਦੇ ਆ। ਉਹ ਕਹਿੰਦਾ ਫਿਰ ਮੈਂ ਕਿਵੇਂ ਕਰਾਂ? ਇਹਨੇ ਫਿਰ ਕਿਹਾ ਕਿ ਜਿਹੜਾ ਸਵੇਰੇ ਹੋਊਗਾ ਉਹਨੂੰ, ਜਿਹੜਾ ਪਹਿਲੋਂ ਮੈਨੂੰ ਦਰਸ਼ਨ ਦਊਗਾ ਉਹਨੂੰ ਮੈਂ ਗੁਰੂ ਧਾਰਨ ਕਰਾਂਗਾ। ਸਵੇਰ ਦਾ ਟਾਈਮ ਹੋਇਆ, ਸਭ ਤੋਂ ਪਹਿਲੇ ਦੇ ਮੱਥੇ ਇੱਕ ਮਛੇਰਾ ਲੱਗਾ ਹੈ ਮੱਛੀਆਂ ਫੜਨ ਵਾਲਾ। ਤੇ ਮਨ ਸ਼ੰਕਾ ਆ ਗਈ, ਲੈ ਹੁਣ ਮੈਂ ਮੱਛੀਆਂ ਫੜਨ ਵਾਲੇ ਨੂੰ ਆਪਣਾ ਗੁਰੂ ਧਾਰਨ ਕਰਾਂਗਾ। ਪਰ ਕਹਿੰਦਾ ਚਲੋ ਹੁਣ ਮਹਾਂਪੁਰਖਾਂ ਨੇ, ਪਰਮੇਸ਼ਰ ਨੇ ਕਿਹਾ ਤੇ ਚਲੋ ਇਹਦੇ ਗੁਰੂ ਦੇ ਚਰਨੀ ਲੱਗਦੇ। ਮੱਥਾ ਟੇਕਿਆ, ਨਮਸਕਾਰ ਕੀਤੀ ਆ। ਤੇ ਜਦੋਂ ਸਭਾ 'ਚ ਕਥਾ ਕਰਨ ਗਿਆ, ਉਹ ਕਹਿੰਦੇ ਤੂੰ ਆਪਣੇ ਗੁਰੂ ਤੇ ਸ਼ੰਕਾ ਕੀਤਾ, ਤੈਨੂੰ ਜਿਹੜਾ ਆ ਹੁਣ
84 ਭੋਗਣੀ ਪਏਗੀ। ਤੈਨੂੰ ਹੁਣ ਇਸ ਸੰਸਾਰ ਦਾ ਜਿਹੜਾ ਆ ਉਹ ਜਨਮ ਭੋਗਣੇ ਪੈਣਗੇ। ਤੇ ਉਸ ਸਮੇਂ ਫਿਰ ਇਹਨੇ ਆ ਕੇ ਆਪਣੇ ਗੁਰੂ ਨਾਲ ਗੱਲ ਕੀਤੀ ਆ, ਤੇ ਇਹਦਾ ਗੁਰੂ ਨੂੰ ਕਹਿੰਦਾ ਕਿ ਤੈਨੂੰ ਕਿਹਾ ਹੈ ਨਾ, ਤੇ ਤੂੰ ਇੰਜ ਕਰ, ਮੇਰਾ ਨਾਂ ਲੈ ਕੇ ਉਹ ਇੱਥੇ ਹੀ ਮੇਰੀ ਪਰਿਕਰਮਾ ਕਰ ਲਾ, ਤੇ ਕਹਿ ਦੀ ਕਿ ਮੈਂ ਆਪਣੇ ਗੁਰੂ ਨੂੰ ਸਾਰਾ ਕੁਝ ਮੰਨ ਕੇ ਗੁਰੂ ਦੀ ਪਰਿਕਰਮਾ ਕਰ ਲਈ, ਤੇ ਗੁਰੂ ਨੇ ਸਾਰਾ ਕੁਝ ਮੰਨ ਲਿਆ, ਇਸ ਕਰਕੇ ਮੇਰੀ 84 ਕੱਟੀ ਗਈ। ਸੋ ਇਸ ਤਰ੍ਹਾਂ ਜਿਹੜਾ ਗੁਰੂ ਹੁੰਦਾ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਤੇ ਇੰਨੇ ਵੱਡੇ ਗੁਰੂ ਆ ਸਾਧ ਸੰਗਤ। ਸਤਿਗੁਰੂ ਨਾਨਕ ਜਿਹੜਾ ਹੈ ਨਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹ ਤੇ ਕਲਯੁਗ ਦੇ ਤਰਨ ਤਾਰਨਹਾਰ ਹਨ, ਕਿਉਂਕਿ ਸਤਿਗੁਰੂ ਨਾਨਕ ਕਲਯੁਗ ਦੇ ਅਵਤਾਰ ਹਨ। ਤੇ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਢਹਿ ਪਿਆ, ਤੇ ਗੁਰੂ ਨਾਨਕ ਸਾਹਿਬ ਦੇ ਉਹਦਾ ਜਨਮ ਮਰਨ ਹੀ ਕੱਟ ਦੇਣਗੇ, ਕਰਮ ਤੇ ਬੜੀ ਦੂਰ ਦੀ ਗੱਲ ਰਹਿ ਜਾਂਦੀ। ਕਰਮ ਤੇ ਫਿਰ ਸਾਹਮਣੇ ਕੋਈ ਆਉਂਦਾ ਹੀ ਨਹੀਂ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸਮਰੱਥਾ ਹੈ ਕਲਯੁਗ ਦੇ ਵਿੱਚ, ਕਲਯੁਗ ਗੁਰੂ ਨਾਨਕ ਸਾਹਿਬ ਦਾ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਇਹ ਭਾਈ ਗੁਰਦਾਸ ਜੀ ਨੇ 10ਵੀਂ ਵਾਰ ਬਖਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਆਪਾਂ ਪਹਿਲੀ ਵਾਰ ਦੀ 10ਵੀਂ ਪੌੜੀ, ਜਿਹਦੇ ਵਿੱਚ ਮੀਮਾਂਸਾ ਸ਼ਾਸਤਰ ਦੀ ਆਪਾਂ ਗੱਲ ਕੀਤੀ ਆ, ਕਿ ਭਾਈ ਗੁਰਦਾਸ ਜੀ ਨੇ ਦੱਸਣਾ ਕੀਤਾ ਹੈ ਕਿ ਕਿਵੇਂ ਕਿਵੇਂ ਜਿਹੜਾ ਹੈ ਕਰਮਾਂ ਦੀ ਗੱਲ ਲੋਕਾਂ ਨੂੰ ਦੱਸੀ ਗਈ। ਕਰਮਾਂ ਨੂੰ ਕਰਕੇ ਲੋਕੀ ਜੱਗ ਕਰਨ ਲੱਗ ਪਏ, ਕਰਮਾਂ ਕਰਕੇ ਲੋਕੀ ਦੇਵਤਿਆਂ ਨੂੰ ਪੂਜਣ ਲੱਗ ਗਏ, ਕਰਮਾਂ ਕਰਕੇ ਲੋਕੀ ਜਿਹੜਾ ਅਸੀਂ ਦਿਨ ਤਿਉਹਾਰ ਪੂਜਣ ਲੱਗ ਪਏ। ਫਿਰ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਗਿਰਾਵਟ ਆ ਗਈ, ਪਰ ਅਖੀਰ ਤੇ ਗੁਰਮਤਿ ਦ੍ਰਿੜ ਕਰਵਾਈ ਹੈ ਕਿ ਭਾਈ ਸਤਿਗੁਰੂ ਬਿਨਾਂ ਨਾ ਸਹਿਸਾ ਜਾਏ, ਗੁਰੂ ਤੋਂ ਬਿਨਾਂ ਮਨੁੱਖ ਦਾ ਸਹਿਸਾ ਕਦੀ ਨਹੀਂ ਖਤਮ ਹੋਣਾ। ਇਸ ਕਰਕੇ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਹਨ, ਉਹਨਾਂ ਦੇ ਚਰਨ ਫੜ ਲਈਏ ਤੇ ਸਾਡੇ ਸਾਰੇ ਸਹਿਸੇ, ਸਾਰੇ ਸੰਸੇ ਜਿਹੜੇ ਆ ਉਹ ਨਾਸ਼ ਹੋ ਜਾਣਗੇ, ਖਤਮ ਹੋ ਜਾਣਗੇ। ਸੋ ਇੱਥੇ ਸਾਧ ਸੰਗਤ ਆਪਾਂ ਸਮਾਪਤੀ ਕਰਦੇ ਹਾਂ। ਜੇ ਆਪ ਜੀ ਨੇ ਕੁਝ ਪੁੱਛਣਾ ਹੈ ਮਾਈਕ ਆਨ ਕਰਕੇ ਤੇ ਪੁੱਛ ਸਕਦੇ, ਉਪਰੰਤ ਆਪਾਂ ਸਮਾਪਤੀ ਕਰੀਏ। ਹਾਂਜੀ, ਵਾਹਿਗੁਰੂ ਵਾਹਿਗੁਰੂ। ਠੀਕ ਹੈ ਸਾਧ ਸੰਗਤ। ਸੋ ਇਹ ਆਪਾਂ ਕੱਲ ਇੱਕ ਪਹਿਲਾ ਜਿਹੜਾ ਸੀ ਨਿਆਏ ਸ਼ਾਸਤਰ ਕਰ ਲਿਆ ਹੈ। ਅੱਜ ਆਪਾਂ ਦੂਸਰਾ ਸ਼ਾਸਤਰ ਜਿਹੜਾ ਹੈ, ਜਿਹਨੂੰ ਮੀਮਾਂਸਾ ਸ਼ਾਸਤਰ ਕਿਹਾ ਜਾਂਦਾ ਹੈ। ਨਿਆਏ ਸ਼ਾਸਤਰ ਕੀਤਾ ਹੈ ਜੋ ਗੌਤਮ ਰਿਸ਼ੀ ਦਾ ਹੈ। ਦੂਸਰਾ ਜਿਹੜਾ ਹੈ ਮੀਮਾਂਸਾ ਸ਼ਾਸਤਰ, ਇਹ ਜੈਮਨ ਰਿਸ਼ੀ ਦਾ ਹੈ। ਇਹਦੇ ਬਾਰੇ ਆਪਾਂ ਗੱਲ ਕੀਤੀ ਹੈ। ਕੱਲ ਨੂੰ ਜਿਹੜਾ ਸਾਧ ਸੰਗਤ ਵਿਦਾਂਤ ਦੇ ਬਾਰੇ ਗੱਲ ਆਉਣੀ ਹੈ, ਵਿਦਾਂਤ ਸ਼ਾਸਤਰ ਦੇ ਬਾਰੇ, ਉਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਉਹ ਕਰਨੀ ਹੈ। ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ, ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਹੀ ਆਪ ਜੀ ਜੁੜ ਕੇ ਗੁਰਮਤਿ ਦਾ ਲਾਹਾ ਲੈਂਦੇ ਰਹੋ। ਕੁਝ ਦਿਨਾਂ ਦੇ ਵਿੱਚ ਹੀ ਸਾਧ ਸੰਗਤ ਇਹਨਾਂ ਸਾਰਿਆਂ ਦੇ ਬਾਰੇ ਦੱਸ ਕੇ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸੰਸਾਰ ਤੇ ਅਵਤਾਰ ਧਾਰਨਾ, ਕਿਵੇਂ ਸਤਿਗੁਰਾਂ ਨੇ ਇੱਥੇ ਆ ਕੇ ਜਗਤ ਨੂੰ ਸਿੱਧੇ ਰਾਹ ਪਾਉਣਾ ਹੈ, ਉਹਦੇ ਬਾਰੇ ਗੱਲਬਾਤ ਆਉਣ ਵਾਲੀਆਂ ਕਲਾਸਾਂ 'ਚ ਆਉਣੀ ਹੈ। ਸੋ ਆਪ ਜੀ ਨੇ ਇਸੇ ਤਰ੍ਹਾਂ ਜੁੜ ਕੇ ਲਾਹਾ ਲੈਂਦੇ ਰਹਿਣਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।